वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 134 ਭਾਗ 9 ਫਿਰ ਅੰਮ੍ਰਿਤਸਰ ਪ੍ਰਚਾਰ ਤੇ ਵਪਾਰ ਲਈ ਉਤਸ਼ਾਹ। ਗੁਰੂ ਅਰਜਨ ਦੇਵ ਜੀ ਮਾਝਾ ਦੁਆਬਾ ਅਤੇ ਨੱਕਾ ਦੇ ਦੌਰਿਆਂ ਵਿੱਚ ਇਹ ਦੇਖ ਆਏ ਸਨ ਕਿ ਸਿੱਖੀ ਦੀ ਸੰਭਾਲ ਲਈ ਦਸਵੰਧ ਦੀ ਰਕਮ ਠੀਕ ਪਹੁੰਚਾਉਂਦੇ ਰਹਿਣ ਲਈ ਇੱਕ ਮਜ਼ਬੂਤ ਜਥੇਬੰਦੀ ਦੀ ਬਹੁਤ ਲੋੜ ਹੈ। ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਇਹ ਕਾਰਜ ਮੰਜੀਦਾਰ ਕਰ ਰਹੇ ਸਨ, ਪਰ ਹੁਣ ਪ੍ਰਤੀਤ ਹੋਣ ਲੱਗਾ ਸੀ ਕਿ ਮੰਜੀਦਾਰਾਂ ਨੇ ਆਪਣੀ ਹੀ ਮੰਜੀ ਢਾਹ ਲਈ ਸੀ। ਮੰਜੀਦਾਰਾਂ ਦੀ ਇਜਾਰਾਦਾਰੀ ਖਤਮ ਕਰਨ ਲਈ ਮਸੰਦ ਥਾਪੇ ਗਏ। ਮਸੰਦ ਸ਼ਬਦ ਮਸਨਦ ਦਾ ਵਿਗੜਿਆ ਰੂਪ ਹੈ। ਮਸਨਦ ਦਾ ਭਾਵ ਅਰਥ ਹੈ ਉਚੇਚੇ ਥਾਂ ਵਾਲਾ। ਮਸੰਦ ਉੱਚੇ ਆਚਰਨ ਦੇ ਗੁਰੂ ਜੀ ਦੇ ਨਿਕਟਵਰਤੀ ਸਿੱਖ ਹੁੰਦੇ ਸਨ। ਉਹ ਇੱਧਰੋਂ ਗੁਰੂ ਜੀ ਦੀ ਸਿੱਖਿਆ ਘਰ ਘਰ ਪਹੁੰਚਾਉਂਦੇ ਸਨ ਅਤੇ ਉੱਧਰੋਂ ਕਾਰ ਭੇਟਾ ਦਸਵੰਧ ਲੈ ਕੇ ਗੁਰੂ ਦਰਬਾਰ ਵਿਸਾਖੀ ਜਾਂ ਦੀਵਾਲੀ ਹਾਜ਼ਰ ਹੁੰਦੇ ਸਨ। ਮਸੰਦ ਗੁਰੂ ਦੀ ਗੋਲਕ ਨੂੰ ਬਿਖ ਸਮਾਨ ਗਿਣਦੇ ਸਨ। ਸਾਰੇ ਮਸੰਦ ਹੀ ਕਿਰਤੀ ਸਨ ਅਤੇ ਸਦਾ ਸੇਵਾ ਦੇ ਚਾਅ ਵਿੱਚ ਰਹਿੰਦੇ ਸਨ। ਜੇ ਕਿਸੇ ਨੇ ਨਿਰਬਾਹ ਲਈ ਕੁਝ ਲੈਣਾ ਵੀ ਹੁੰਦਾ ਸੀ ਤਾਂ ਸੰਗਤਾਂ ਕੋਲੋਂ ਹੀ ਲੈਂਦੇ ਸਨ। ਦਸਵੰਧ ਦੀ ਰਕਮ ਨੂੰ ਹੱਥ ਨਹੀਂ ਸਨ ਲਗਾਉਂਦੇ। ਇਸ ਤਰ੍ਹਾਂ ਇਹ ਤੀਹਰਾ ਕਾਰਜ ਕਰਦੇ ਸਨ। ਇੱਕ ਕਾਰ ਭੇਟਾ ਇਕੱਠੀ ਕਰਦੇ, ਦੂਜੇ ਗੁਰੂ ਘਰ ਪਹੁੰਚਾਉਂਦੇ ਅਤੇ ਤੀਜੇ ਗੁਰੂ ਉਪਦੇਸ਼ ਸੁਣਾ ਸਿੱਖੀ ਦ੍ਰਿੜ ਕਰਾਉਂਦੇ। ਜਿਸ ਨਿਮਰਤਾ ਅਤੇ ਚਾਅ ਨਾਲ ਸਿੱਖ ਦਸਵੰਧ ਦੀ ਰਕਮ ਭੇਜਦੇ, ਉਸ ਨੂੰ ਦੇਖ ਕੇ ਹੀ ਮੋਹਸਨ ਫਾਨੀ ਅਚਰਜ ਹੋਇਆ ਸੀ। ਦਸਵੰਧ ਦੀ ਰਕਮ ਬਕਾਇਦਾ ਆਉਣ ਨਾਲ ਹੁਣ ਜਥੇਬੰਦ ਕਾਰਜ ਨੇਮਬੰਦ ਕੀਤੇ ਜਾਣ ਲੱਗ ਪਏ ਸਨ। ਇਸੇ ਲਈ ਕਈ ਇਤਿਹਾਸਕਾਰਾਂ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਵੇਲੇ ਇੱਕ ਰਾਜ ਜਿਹਾ ਬਣ ਗਿਆ ਸੀ। ਵੱਡੇ ਵੱਡੇ ਨਗਰਾਂ ਵਿੱਚ ਸਿੱਖ ਜਾ ਕੇ ਆਪਣੀ ਸਿੱਖੀ ਦਾ ਦਾਇਰਾ ਵਧਾ ਰਹੇ ਸਨ। ਕਈ ਸਿੱਦਕੀ ਸਿੱਖਾਂ ਦੀਆਂ ਸਾਖੀਆਂ ਪ੍ਰਸਿੱਧ ਹਨ। ਪਰਬਤਾਂ ਵਿੱਚ ਭਾਈ ਕਾਲਾ, ਨਿਹਾਲੂ ਜੀ ਅਤੇ ਕਸ਼ਮੀਰ ਵਿਖੇ ਮਾਧੋ ਜੀ ਪ੍ਰਚਾਰ ਕਰ ਰਹੇ ਸਨ। ਭਾਈ ਮੱਲਣ ਰੇਖ ਰਾਓ ਕਾਬਲ ਵਿੱਚ ਨਵਾਬ ਦੇ ਮੋਦੀ ਹੁੰਦਿਆਂ ਵੀ ਸਿੱਖੀ ਆਦਰਸ਼ ਦ੍ਰਿੜਾ ਰਹੇ ਸਨ। ਸਰਹੰਦ ਵਿੱਚ ਭਾਈ ਭੀਵਾ ਜੀ, ਥਾਣੇਸਰ ਭਾਈ ਨੰਦਾ ਵਿਠੜ ਤੇ ਭਾਈ ਸਾਮੀ ਦਾਸ ਵਿਸ਼ੇਰ, ਭਾਈ ਮਹਿਤਾ ਸਖਤੂ ਅਤੇ ਨਿਹਾਲੂ ਚੱਡਾ ਜੀ ਆਗਰੇ ਅਤੇ ਦੂਰ ਦਰੇਡੇ ਹੋਰ ਮੁਖੀ ਸਿੱਖੀ ਪ੍ਰਚਾਰ ਲਈ ਜੁਟੇ ਹੋਏ ਸਨ। ਵਯੋਪਾਰੂ ਬਸਥੈ ਲਕਸ਼ਮੀ ਪ੍ਰਤੱਖ ਅਖਾਣ ਅਤੇ ਪ੍ਰਮਾਣ ਪ੍ਰਾਚੀਨ ਸਮਿਆਂ ਤੋਂ ਸੀ, ਪਰ ਵਪਾਰ ਰਾਹੀਂ ਧਰਮ ਪ੍ਰਚਾਰ ਗੁਰੂ ਸਾਹਿਬਾਨ ਨੇ ਕਰਨ ਦੀ ਨਵੀਂ ਲੀਹ ਪਾਈ। ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਭਾਈ ਭਗੀਰਥ ਨੂੰ ਲੰਕਾ ਵਪਾਰ ਕਰਨ ਲਈ ਭੇਜਣਾ ਇਹ ਦੱਸ ਰਿਹਾ ਸੀ ਕਿ ਵਪਾਰ ਰਾਹੀਂ ਪ੍ਰਚਾਰ ਕਰਨਾ ਆਸਾਨ ਹੈ। ਗੁਰੂ ਅਮਰਦਾਸ ਜੀ ਨੇ ਤਾਂ ਕਈ ਪ੍ਰਸਿੱਧ ਸਿੱਖਾਂ ਨੂੰ ਕੋਲੋਂ ਬਰਕਤ ਦੇ ਕੇ ਵਪਾਰ ਲਈ ਭੇਜਿਆ। ਗੁਰੂ ਰਾਮਦਾਸ ਜੀ ਪਾਸ ਤਾਂ ਜੇ ਕੋਈ ਸਿੱਖ ਨਾਮ ਪ੍ਰਾਪਤੀ ਦੀ ਜਾਚਨਾ ਲਈ ਆਇਆ, ਉਹਨਾਂ ਉਸ ਨੂੰ ਢਾਕਾ, ਲਖਨਊ, ਪਟਨਾ, ਆਗਰਾ, ਗਵਾਲੀਅਰ, ਦਿੱਲੀ ਅਤੇ ਹੋਰ ਦੂਰ ਦਰੇਡੇ ਦੁਕਾਨ ਵਪਾਰ ਸ਼ਾਹੂਕਾਰਾ ਕਰਨ ਲਈ ਹੁਕਮ ਦਿੱਤਾ। ਸ਼ੁੱਧ ਵਿਹਾਰ ਰਾਹੀਂ ਛੇਤੀ ਪ੍ਰਚਾਰ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਉਚੇਚੇ ਤੌਰ ਤੇ ਸਿੱਖਾਂ ਨੂੰ ਘੋੜਿਆਂ ਦੇ ਵਪਾਰ ਲਈ ਲਗਾਇਆ। ਦੇਖਣ ਨੂੰ ਇਹ ਇੱਕ ਸਧਾਰਨ ਵਪਾਰ ਹੀ ਸੀ, ਪਰ ਇਸ ਦੇ ਸਿੱਟੇ ਦੂਰ ਰਸ ਸਨ। ਕਨਿੰਗਮ ਦਾ ਕਹਿਣਾ ਠੀਕ ਹੈ ਕਿ ਗੁਰੂ ਜੀ ਨੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿੱਚ ਤਜਾਰਤ ਕਰਨ ਲਈ ਇਸ ਕਾਰਨ ਭੇਜਿਆ ਤਾਂ ਕਿ ਉਹ ਵਪਾਰ ਦੇ ਨਾਲ ਨਾਲ ਧਰਮ ਵਿੱਚ ਵੀ ਪੱਕੇ ਹੋ ਜਾਣ। ਸਿੰਧ ਪਾਰ ਜਾਣ ਨਾਲ ਸਦੀਆਂ ਦਾ ਬਣਿਆ ਵਹਿਮ ਗੁਰੂ ਜੀ ਨੇ ਤੋੜਿਆ ਕਿ ਸਿੰਧ ਦਰਿਆ ਪਾਰ ਜਾਣ ਨਾਲ ਹਿੰਦੂ ਮਲੇਸ਼ ਹੋ ਜਾਂਦਾ ਹੈ। ਸਿੱਖ ਪਹਿਲੀ ਵਾਰੀ ਇਸ ਅੰਧ ਵਿਸ਼ਵਾਸ ਦੀ ਧਾਰਨਾ ਤੋਂ ਉੱਪਰ ਉੱਠ ਕੇ ਵਿਦੇਸ਼ਾਂ ਨੂੰ ਗਏ। ਹੌਸਲੇ ਵਧੇ, ਮਾਲੀ ਹਾਲਤ ਬਹੁਤ ਸੁਧਰੀ, ਆਚਰਨ ਦਾ ਨਮੂਨਾ ਸਿੱਖਾਂ ਬਣ ਕੇ ਲੋਕਾਂ ਨੂੰ ਦਿਖਾਇਆ। ਉੱਤਰ ਪੱਛਮ ਵਿੱਚ ਕਈ ਨਵੇਂ ਕੇਂਦਰ ਬਣੇ। ਹੋਰ ਘੋੜਿਆਂ ਦੀ ਤਜਾਰਤ ਕਰਨ ਨਾਲ ਸਿੱਖ ਜਿੱਥੇ ਘੋੜਿਆਂ ਦੀ ਨਸਲ ਪਹਿਚਾਨਣ ਵਾਲੇ ਹੋ ਗਏ, ਉੱਥੇ ਵਧੀਆ ਘੋੜ ਸਵਾਰ ਵੀ ਬਣੇ। ਜਿਸ 100 ਕੋ ਰੋਜ਼ ਪੈਂਡਾ ਕਰਨ ਦਾ ਜ਼ਿਕਰ ਪੰਥ ਪ੍ਰਕਾਸ਼ ਨੇ ਕੀਤਾ ਹੈ, ਉਸ ਦਾ ਮੁੱਢ ਗੁਰੂ ਅਰਜਨ ਦੇਵ ਜੀ ਨੇ ਹੀ ਬੱਧਾ ਸੀ। ਘੋੜੇ ਤੇ ਕਾਠੀ ਪਾਏ ਬਗੈਰ ਸਿੱਖ ਦਿਨ ਰਾਤ ਦੌੜ ਸਕਦੇ ਸਨ। ਜਾਤ ਪਾਤ ਦੇ ਬੰਧਨ ਵੀ ਟੁੱਟੇ। ਖਾਣ ਪਹਿਨਣ ਦੀ ਖੁੱਲ੍ਹ ਸਿੱਖਾਂ ਵਿੱਚ ਆ ਗਈ। ਛੂਤ ਛਾਤ ਵਾਲਾ ਰੋਗ ਸਿੱਖਾਂ ਵਿੱਚ ਰਿਹਾ ਹੀ ਨਾ। ਭਾਈ ਕਪੂਰ ਦੇਵ ਜੋ ਆਪੂ ਇੱਕ ਉੱਘੇ ਅਤੇ ਉੱਚ ਆਚਰਨ ਦੇ ਮਾਲਕ ਸਨ, ਘਰ ਪੂਰਨ ਸਿੱਖੀ ਸੀ ਅਤੇ ਆਏ ਸਿੱਖਾਂ ਦੀ ਟਹਿਲ ਦਿਲ ਲਗਾ ਕੇ ਕਰਦੇ ਸਨ। ਦੀ ਇੱਛਾ ਹੋਈ ਕਿ ਉਸ ਨੂੰ ਹੋਰ ਕਿਸ ਪੂਰਨ ਸਿੱਖ ਦੇ ਦੀਦਾਰ ਕਰਾਏ ਜਾਣ। ਗੁਰੂ ਅਰਜਨ ਦੇਵ ਜੀ ਨੇ
ਉਸ ਨੂੰ ਸ਼ਹਿਬਾਜ਼ਪੁਰ ਭਾਈ ਸੰਮਣ ਜੀ ਪਾਸ ਜਾਣ ਲਈ ਕਿਹਾ। ਭਾਈ ਕਪੂਰ ਜੀ ਜਦ ਸ਼ਹਿਬਾਜ਼ਪੁਰ ਪੁੱਜੇ ਤਾਂ ਸੰਮਣ ਜੀ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਅਤੇ ਨਾਲ ਹੀ ਸਮਾਂ ਮਿਲਣ ਤੇ ਸ਼ਬਦ ਪੜ੍ਹਦੇ, ਤੱਪੜ ਗਣਦੇ ਅਤੇ ਸੀੜੀ ਵੀ ਬਣਾਈ ਜਾ ਰਹੇ ਸਨ। ਭਾਈ ਕਪੂਰ ਜੀ ਨੇ ਕਿਹਾ ਵੀ ਕਿ ਤੁਸੀਂ ਕਿਹੜੇ ਨਿਕੰਮੇ ਕੰਮ ਲੱਗੇ ਹੋਏ ਹੋ, ਪਰ ਭਾਈ ਜੀ ਨੇ ਇਹ ਹੀ ਕਿਹਾ ਕਿ ਇਹਨਾਂ ਨੇ ਵੀ ਕੰਮ ਆਉਣਾ ਹੈ। ਕਰਨਾ ਕਰਤਾਰ ਦਾ ਪਿੰਡ ਡਾਕਾ ਪਿਆ, ਧਾੜਵੀ ਮਾਲ ਧਨ ਪਸ਼ੂ ਲੈ ਗਏ। ਪਿੰਡ ਵਾਸੀਆਂ ਪਿੱਛਾ ਕੀਤਾ। ਭਾਈ ਸੰਮਣ ਜੀ ਦੇ ਬੇਟੇ ਨੇ ਨੱਸ ਕੇ ਧਾੜਵੀਆਂ ਨੂੰ ਜਾ ਲਿਆ। ਧਾੜਵੀਆਂ ਨਿਸ਼ਾਨਾ ਸੇਧ ਗੋਲੀ ਮਾਰੀ ਅਤੇ ਬੇਟਾ ਉੱਥੇ ਹੀ ਚਿੱਤ ਹੋ ਗਿਆ। ਧਾੜਵੀ ਭੱਜ ਗਏ। ਭਾਈ ਨੂੰ ਜਦ ਬੇਟੇ ਦੇ ਅਕਾਲ ਚਲਾਣੇ ਦਾ ਪਤਾ ਲੱਗਾ ਤਾਂ ਉਹ ਉਸੇ ਰੰਗ ਵਿੱਚ ਰਹਿ ਲਾਸ਼ ਉਠਾ ਘਰ ਲਿਆਏ। ਕੀਰਤਨ ਕਰਕੇ ਬਿਬਾਨ ਕੱਢਿਆ ਅਤੇ ਸੰਸਕਾਰ ਕਰ ਪਰਤ ਕੇ ਉਹ ਹੀ ਤੱਪੜ ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਗੰਢ ਰਹੇ ਸਨ ਵਿਛਾ ਦਿੱਤੇ। ਭਾਈ ਕਪੂਰ ਜੀ ਕੋਲੋਂ ਰਿਹਾ ਨਾ ਗਿਆ ਅਤੇ ਉਹਨਾਂ ਪੁੱਛ ਹੀ ਲਿਆ ਕਿ ਜੇ ਤੁਸੀਂ ਜਾਣਦੇ ਸੀ ਕਿ ਪੁੱਤਰ ਨਹੀਂ ਰਹਿਣਾ ਤਾਂ ਗੁਰੂ ਜੀ ਕੋਲੋਂ ਇਸ ਦੀ ਵੱਡੀ ਆਰਜ਼ਾ ਲਈ ਅਰਦਾਸ ਕਰਵਾ ਲੈਣੀ ਸੀ ਜਾਂ ਜਾਨ ਨਹੀਂ ਸੀ ਦੇਣਾ। ਭਾਈ ਸੰਮਣ ਜੀ ਨੇ ਕਿਹਾ, ਸਰੀਰ ਤਾਂ ਅਸੱਤ ਹੈ, ਇਸ ਦਾ ਬਿਨਸਣਾ ਅਸਚਰਜ ਨਹੀਂ ਸਗੋਂ ਅਸਚਰਜ ਹੈ ਇਸ ਦਾ ਰਹਿਣਾ, ਇਸ ਦਾ ਜੀਵਣਾ ਹੀ ਵੱਡਾ ਅਸਚਰਜ ਹੈ। ਉਹ ਮੂਰਖ ਹਨ ਜੋ ਸਰੀਰ ਦੇ ਬਿਨਸਣ ਵੇਲੇ ਰੁਦਨ ਕਰਦੇ ਹਨ। ਤਨ ਬਿਨਸੇ ਜੋ ਸ਼ੋਕ ਕਰੰਤੇ, ਤਿੰਨ ਸਮ ਮੂਰਖ ਅਪਰ ਨ ਜੰਤੇ। ਗੁਰੂ ਪਾਸੋਂ ਮੰਗੀਏ ਤਾਂ ਨਾਮ ਮੰਗੀਏ ਜੋ ਨਾਲ ਨਿਭੇ। ਨਾ ਕੋਈ ਕਿਸੇ ਦਾ ਪਿਤਾ ਹੈ ਨਾ ਪੁੱਤਰ, 4 ਦਿਨ ਦੀ ਖੇਡ ਹੈ। 5 ਤੱਤ ਵਿਰੋਧੀ ਇਕੱਠੇ ਕਰਕੇ ਸਰੀਰ ਰਚਿਆ ਹੈ। ਆਪਣੀ ਔਦ ਭੋਗ ਕੇ ਫਿਰ ਅੱਡ ਅੱਡ ਹੋ ਜਾਂਦੇ ਹਨ। ਗੁਰ ਤੇ ਮੰਗੀਏ ਨਾਮ ਸਹਾਈ, ਜੋ ਪਰਲੋਕ ਮਹਿ ਸੰਗ ਸਿਧਾਈ। ਪਿਤ ਸੁਤ 4 ਦਿਵਸ ਕੀ ਖੇਲ, ਤਨ ਤੱਤ 5 ਵਿਰੋਧੀ ਮੇਲ। ਇਹ ਜੀਵ ਆਪਣੇ ਸਰੂਪ ਨੂੰ ਭੁਲਾ ਕੇ ਦੁੱਖ ਪਾਉਂਦਾ ਹੈ। ਜੇ ਗੁਰ ਕੇ ਬਚਨ ਮੰਨੇ ਸਮਝੇ ਤਾਂ ਜਨਮ ਮਰਨ ਤੋਂ ਰਹਿਤ ਹੁੰਦਾ ਹੈ। ਆਏ ਸਿੱਖ ਦਾ ਸਿਰ ਝੁਕਿਆ ਹੀ ਰਿਹਾ। ਭਾਈ ਭੀਵਾ ਅਤੇ ਭਾਈ ਰੂਪ ਚੰਦ ਸਰਹੰਦ ਦੇ ਵਸਨੀਕ ਸਨ। ਸ਼ਾਹੂਕਾਰਾ ਕਰਦੇ ਸਨ। ਕਿਰਤ ਕਰਕੇ ਸਿੱਖਾਂ ਨਾਲ ਵੰਡ ਖਾਣ ਅਤੇ ਗੁਰਪੁਰਬ ਕਰਨ, ਸਿੱਖਾਂ ਨੂੰ ਉੱਤਮ ਪ੍ਰਸ਼ਾਦ ਛਕਾਉਣ। ਭਾਈ ਗੁਰਦਾਸ ਜੀ ਨੇ ਸਨਮੁਖ ਸਤ ਭਾਈ ਕਹਿ ਕੇ ਸਤਿਕਾਰ ਦਿੱਤਾ ਹੈ। ਇਹਨਾਂ ਦਾ ਇਤਨਾ ਇਤਬਾਰ ਲੋਕਾਂ ਤਾਈਂ ਸੀ ਕਿ ਲੋਕ ਅਮਾਨਤਾਂ ਰੱਖ ਜਾਂਦੇ। ਇੱਕ ਵਾਰੀ ਇੱਕ ਮੁਗਲ ਫੌਜਦਾਰ ਨੇ ਮੋਹਰਾਂ ਦਾ ਵਸੂਲਾ ਦਿੱਤਾ ਕਿ ਆਏ ਕੇ ਲੈ ਲਵਾਂਗਾ। ਉਹਨਾਂ ਰੱਖ ਦਿੱਤਾ। 5 ਸਾਲਾਂ ਬਾਅਦ ਉਹ ਫੌਜਦਾਰ ਪਰਤਿਆ ਅਤੇ ਵਸੂਲਾ ਮੰਗਿਆ। ਉਹਨਾਂ ਇਹ ਜਾਣ ਲਿਖਿਆ ਨਹੀਂ ਸੀ ਕਿ ਫੌਜਦਾਰ ਹੈ, ਜਲਦੀ ਪਰਤ ਆਵੇਗਾ, ਸੋ ਚੇਤੇ ਤੋਂ ਉਤਰ ਗਿਆ। ਉਹਨਾਂ ਕਿਹਾ ਕਿ ਲਿਆ ਨਹੀਂ। ਉਸ ਫਰਿਆਦ ਕੀਤੀ। ਸਿੱਖਾਂ ਨੇ ਭਰੀ ਕਚਹਿਰੀ ਵਿੱਚ ਇਨਕਾਰ ਕੀਤਾ। ਫੌਜਦਾਰ ਨੇ ਕਿਹਾ ਤੱਤੇ ਕੜਾਹੇ ਵਿੱਚ ਹੱਥ ਪਾਉਣ। ਨਵਾਬ ਨੇ ਫੈਸਲਾ ਸੁਣਾਇਆ ਕਿ ਦੋਵੇਂ ਧਿਰਾਂ ਤੱਤੇ ਕੜਾਹੇ ਵਿੱਚ ਹੱਥ ਪਾਉਣ। ਭਾਈ ਭੀਵਾ ਜੀ ਨੇ ਅਰਦਾਸ ਕੀਤੀ ਕਿ ਆਪਣੇ ਨਾਮ ਦੀ ਲਾਜ ਰੱਖੀ। ਤੱਤੇ ਕੜਾਹੇ ਹੱਥ ਪਾਇਆ ਤਾਂ ਸਲਾਮਤ ਨਿਕਲਿਆ। ਮੁਗਲ ਤਾਂ ਝੁਲਸ ਗਿਆ। ਕੁਝ ਦਿਨ ਬਾਅਦ ਸਫਾਈ ਕਰਨ ਲੱਗੇ ਤਾਂ ਰੂਪ ਚੰਦ ਨੂੰ ਵਸੂਲਾ ਮਿਲ ਗਿਆ। ਦੋਵੇਂ ਦੌੜੇ ਉੱਥੇ ਚਲੇ ਗਏ ਜਿੱਥੇ ਮੁਗਲ ਸੀ। ਮੁਗਲ ਹੈਰਾਨ ਹੋਇਆ ਤੇ ਕਹਿਣ ਲੱਗਾ ਕਿ ਉਸ ਨੂੰ ਉੱਥੇ ਲੈ ਜਾਣ ਜਿਸ ਨੂੰ ਉਹਨਾਂ ਧਿਆਇਆ ਹੈ। ਜਦ ਗੁਰੂ ਅਰਜਨ ਜੀ ਕੋਲ ਪੁੱਜੇ ਤਾਂ ਮੁਗਲ ਨੇ ਇਤਨਾ ਹੀ ਕਿਹਾ, ਮਹਾਰਾਜ ਇਹ ਦੱਸੋ ਕਿ ਇਹ ਝੂਠੇ ਸੱਚੇ ਹੋਏ ਅਤੇ ਮੈਂ ਸੱਚਾ ਝੂਠਾ। ਗੁਰੂ ਜੀ ਨੇ ਫਰਮਾਇਆ, ਉਹਨਾਂ ਦਾ ਨਿਸ਼ਚਾ ਇੱਕ ਤੇ ਸੀ ਅਤੇ ਤੇਰਾ ਬਹੁਤਿਆਂ ਪੀਰਾਂ ਤੇ। ਇੱਕ ਭਰਤਾ ਦੀ ਇਸਤਰੀ ਸਦਾ ਸੁਖੀ ਹੁੰਦੀ ਹੈ। ਭਾਈ ਭਾਨਾ ਤੇ ਰੇਖ ਦਿਓ ਦੋਵੇਂ ਕਾਬਲ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਅਤੇ ਸਰਕਾਰੀ ਮੋਦੀ ਸਨ। ਕਿਸੇ ਦੀ ਦਮੜੀ ਨਾ ਰੱਖ ਕੇ ਸ਼ੁੱਧ ਵਿਹਾਰ ਕਰਦੇ, ਅਭਿਆਗਤਾਂ ਦੀ ਸੇਵਾ ਕਰਦੇ, ਭੁੱਖੇ ਨੂੰ ਆਹਾਰ ਦਿੰਦੇ। 5 ਬਰਸ ਮੋਦੀ ਦਾ ਕਾਰਜ ਕਰਦੇ ਹੋ ਗਏ। ਜਿਨ੍ਹਾਂ ਨੂੰ ਆਸ ਸੀ ਕਿ ਉਹਨਾਂ ਨੂੰ ਮੋਦੀ ਹੋਣ ਦਾ ਮੌਕਾ ਮਿਲੇਗਾ, ਉਹਨਾਂ ਸਾਜ਼ਿਸ਼ਾਂ ਕਰਕੇ ਵੱਟਾ ਬਦਲ ਦਿੱਤਾ ਅਤੇ ਇਹ ਸ਼ਿਕਾਇਤ ਕੀਤੀ ਕਿ ਇਹ ਘੱਟ ਤੋਲਦੇ ਹਨ। ਜਦ ਵੱਟਾ ਮੰਗਾਏ ਕੇ ਨਵਾਬ ਜੋਖਿਆ ਤਾਂ ਬਰਾਬਰ ਨਿਕਲਿਆ। ਇਹਨਾਂ ਅਰਦਾਸ ਕੀਤੀ ਸੀ ਕਿ ਸਿੱਖ ਅਤੇ ਸਿੱਖੀ ਦੀ ਪੈਂਜ ਰੱਖੇ। ਕਹਿੰਦੇ ਹਨ ਕਿ ਉਸ ਸਮੇਂ ਜਦ ਵੱਟਾ ਜੋਖਿਆ ਜਾ ਰਿਹਾ ਸੀ, ਦਰਬਾਰ ਸਾਹਿਬ ਬੈਠੇ ਹੋਏ ਗੁਰੂ ਅਰਜਨ ਦੇਵ ਜੀ ਨੂੰ ਕਿਸੇ 5 ਪੈਸੇ ਭੇਂਟ ਕੀਤੇ। ਕਦੇ ਸਾਹਿਬ ਸੱਜੇ ਹੱਥ ਰੱਖਣ, ਕਦੇ ਖੱਬੇ ਹੱਥ ਰੱਖਣ। ਸਿੱਖਾਂ ਜਦ ਪੁੱਛਿਆ ਕਿ ਬਾਰ-ਬਾਰ ਇਸ ਤਰ੍ਹਾਂ ਕਿਉਂ ਕਰਦੇ ਰਹੇ ਹੋ ਤਾਂ ਆਪ ਜੀ ਨੇ ਕਿਹਾ, ਸਿੱਖ ਦੀ ਪੈਂਜ ਰੱਖੀ ਹੈ। ਸੂਰਜ ਪ੍ਰਕਾਸ਼ ਨੇ ਲਿਖਿਆ ਹੈ ਕਿ ਭਾਈ ਕਟਾਰੂ ਨਾਂ ਦੇ ਸਿੱਖ ਨੂੰ ਜੋ ਕਾਬਲ ਵਿੱਚ ਤੜਵਾਈ ਸੀ, ਇਹ ਹੀ ਉਪਦੇਸ਼ ਦਿੱਤਾ ਸੀ ਕਿ ਘੱਟ ਨਹੀਂ ਤੋਲਣਾ, ਸਤਨਾਮ ਦਾ ਸਿਮਰਨ ਕਰਨਾ, ਦਸਵੰਧ ਕੱਢਦੇ ਰਹਿਣਾ, ਘਰ ਵਿੱਚ ਕਦੇ ਦਲਿੱਦਰ ਨਹੀਂ ਆਉਣ ਲੱਗਾ।
ਦੇਹ ਦਸਵੰਦ ਗੁਰਹਿਤ ਸਦਾ, ਦਾਰੇ ਦ ਸਦਨ ਨਹਿ ਹੋਵੇ ਕਦਾ। ਉਹ ਇਸੇ ਤਰ੍ਹਾਂ ਕਰਦੇ ਸਨ, ਪਰ ਸ਼ਿਕਾਇਤਾਂ ਹੋਈਆਂ ਤਾਂ ਗੁਰੂ ਜੀ ਨੇ ਹੱਥ ਦੇ ਲਾਜ ਰੱਖੀ। ਹੋ ਸਕਦਾ ਹੈ ਕਿ ਇਹਨਾਂ ਦੋਹਾਂ ਵਿੱਚੋਂ ਇੱਕ ਨੂੰ ਕਟਾਰੂ ਕਹਿੰਦੇ ਹੋਣ ਜਾਂ ਇਹ ਤੀਜਾ ਸਾਥੀ ਹੋਵੇ। ਕਸ਼ਮੀਰ ਦੇ ਸਿੱਖਾਂ ਨੇ ਸ਼੍ਰੀ ਅੰਮ੍ਰਿਤਸਰ ਆ ਕੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਕਸ਼ਮੀਰ ਦੇ ਪੰਡਤ ਬਾਣੀ ਪੜ੍ਹਨ ਤੋਂ ਰੋਕਦੇ ਹਨ, ਬਖੇੜੇ ਪਾਉਂਦੇ ਹਨ ਅਤੇ ਸਿੱਖਾਂ ਨੂੰ ਤੰਗ ਕਰਦੇ ਹਨ। ਇਹ ਵੀ ਕਹਿੰਦੇ ਹਨ ਕਿ ਸੰਸਕ੍ਰਿਤ ਦੇਵ ਬਾਣੀ ਹੈ ਅਤੇ ਗੁਰਬਾਣੀ ਮਨੁੱਖੀ। ਉਹਨਾਂ ਨੂੰ ਸੋਧਣ ਤੇ ਸਮਝਾਉਣ ਲਈ ਕੋਈ ਨਿਕਟਵਰਦੀ ਸਿੱਖ ਭੇਜੋ। ਮਹਾਰਾਜ ਦਾ ਖਿਆਲ ਉਸੇ ਭਾਈ ਮਾਧੋ ਜੀ ਵੱਲ ਗਿਆ ਜੋ ਸਰਵਗੁਣ ਗਿਆਤਾ ਸਨ। ਗੁਰੂ ਜੀ ਨੇ ਭਾਈ ਮਾਧੋ ਜੀ ਨੂੰ ਕੋਲ ਬੁਲਾ ਕੇ ਇਹ ਕਿਹਾ, ਕਸ਼ਮੀਰ ਦੇ ਪੰਡਤ ਨਿਰੇ ਕਰਮਕਾਂਡੀ ਹਨ, ਸੋ ਕਸ਼ਮੀਰ ਜਾ ਕੇ ਅੰਮ੍ਰਿਤ ਵੇਲੇ ਜਾਗਣ, ਇਸ਼ਨਾਨ ਕਰਨ, ਨਿਜ ਸਰੂਪ ਵਿੱਚ ਜੁੜਨ, ਬਾਣੀ ਦਾ ਪਾਠ, ਵਿਚਾਰ, ਸਤ ਸੰਗਤ ਦੀ ਮਹੱਤਤਾ, ਕੀਰਤਨ, ਕਲ ਮਹਿ ਪ੍ਰਧਾਨ, ਕੜਾਹ ਪ੍ਰਸ਼ਾਦ ਕਰਨ ਅਤੇ ਸਭ ਨੂੰ ਵਰਤਾਵਣ, ਗੁਰਪੁਰਬ ਮਨਾਉਣ, ਕਮਾਈ ਵਿੱਚੋਂ ਦਸਵੰਧ ਦੇਣ, ਵੰਡ ਛਕਣ, ਮਿੱਠ ਬੋਲਣ ਅਤੇ ਨਿਵ ਚੱਲਣ ਦਾ ਉਪਦੇਸ਼ ਦ੍ਰਿੜ ਕਰਾਉਣਾ। ਭਾਈ ਜੀ ਨੇ ਸ਼੍ਰੀਨਗਰ ਪੁੱਜਦਿਆਂ ਹੀ ਧਰਮਸ਼ਾਲ ਬੱਧੀ ਦੀਵਾਨ ਹੋਣ ਲੱਗੇ। ਕੀਰਤਨ ਦੀਆਂ ਧੁਨੀਆਂ ਉੱਠਣ ਲੱਗੀਆਂ। ਜਦ ਕਸ਼ਮੀਰੀ ਪੰਡਤ ਚਰਚਾ ਲਈ ਉੱਠ ਆਏ ਤਾਂ ਆਪ ਜੀ ਨੇ ਕਿਹਾ, ਘਿਓ ਭਾਵੇਂ ਸੋਨੇ ਦੇ ਬਰਤਨ ਵਿੱਚ ਹੋਵੇ, ਭਾਵੇਂ ਮਿੱਟੀ ਦੇ, ਘਿਓ ਲੈਣ ਵਾਲਾ ਬਰਤਨ ਨਹੀਂ ਦੇਖਦਾ। ਤਿਵੇਂ ਪ੍ਰਭੂ ਦਾ ਨਾਮ ਭਾਵੇਂ ਸੰਸਕ੍ਰਿਤ ਵਿੱਚ ਲਿਆ ਜਾਵੇ, ਭਾਵੇਂ ਆਪਣੀ ਬੋਲੀ ਵਿੱਚ, ਇਹ ਨਾਮ ਸਰਵ ਕਲਿਆਣ ਕਰਦਾ ਹੈ। ਫਿਰ ਦਲੀਲ ਦਿੰਦੇ ਹੋਏ ਕਿਹਾ, ਜੋ ਸੰਸਕ੍ਰਿਤ ਵਿੱਚ ਕਿਹਾ ਜਾਂਦਾ ਹੈ ਉਸ ਨੂੰ ਵੀ ਫਿਰ ਆਪਣੀ ਬੋਲੀ ਵਿੱਚ ਹੀ ਸਮਝਿਆ ਜਾਂਦਾ ਹੈ। ਵੇਦਾਂ ਕਰਕੇ ਚਤੁਰਾਈ ਹੁੰਦੀ ਹੈ, ਮਨ ਨੀਵਾਂ ਨਹੀਂ ਹੁੰਦਾ। ਸ਼ਬਦ ਕਰਕੇ ਮਨ ਨੀਵਾਂ ਹੁੰਦਾ ਹੈ। ਭਾਈ ਮਾਧੋ ਦੀ ਸੇਵਾ ਕਰਕੇ ਇੱਕ ਉੱਤਮ ਸੰਗਤ ਸ਼੍ਰੀਨਗਰ ਵਿਖੇ ਬਣ ਗਈ। ਉਹਨਾਂ ਦੀ ਕਰਨੀ ਕਥਨੀ ਰਹਿਣੀ ਬਹਿਣੀ ਕਰਕੇ ਸ਼੍ਰੀਨਗਰ ਸਿੱਖੀ ਪ੍ਰਚਾਰ ਦਾ ਕੇਂਦਰ ਬਣਿਆ। ਸ਼੍ਰੀਨਗਰ ਦੇ ਹੀ ਸਨ ਚਾਰੇ ਮੁਖੀ ਭਾਈ ਅਲਮਸਤ, ਭਾਈ ਗੋਇੰਦਾ, ਭਾਈ ਬਾਲੂ ਹਸਨਾ ਅਤੇ ਭਾਈ ਫੂਲ, ਜਿਨ੍ਹਾਂ ਧੁਨੀਆਂ ਬਣਾ ਕੇ ਸਿੱਖੀ ਸਾਰੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਫੈਲਾਈ। ਦਬਿਸਤਾਨ ਮਜ਼ਾਹਬ ਨੇ ਲਿਖਿਆ ਹੈ ਕਿ ਭਾਈ ਜੀ ਦੀ ਕਰਨੀ ਕਰ ਕਸ਼ਮੀਰ ਸਿੱਖੀ ਦ੍ਰਿੜ ਹੋਈ। ਉਹਨਾਂ ਦਾ ਆਪਣਾ ਆਚਰਣ ਇਤਨਾ ਉੱਚਾ ਸੀ ਕਿ ਉਦਾਹਰਣ ਹੀ ਬਣ ਗਿਆ। ਸਾਂਖ ਭਰਦੇ ਉਸ ਲਿਖਿਆ ਹੈ ਕਿ ਇੱਕ ਵਾਰੀ ਇੱਕ ਬਹਿਰੂਪੀਏ ਨੇ, ਜੋ ਠੱਗਾਂ ਦੇ ਗਰੋਹ ਦਾ ਸੀ, ਸਿੱਖੀ ਰੂਪ ਧਾਰ ਕੇ ਭਾਈ ਜੀ ਦੇ ਘਰ ਕਵੇਲੇ ਦਸਤਕ ਦਿੱਤੀ। ਭਾਈ ਜੀ ਪਾਸ ਉਸ ਸਮੇਂ ਜੋ ਤਿਆਰ ਸੀ, ਸ਼ਿਕਾਇਆ ਤੇ ਅੰਮ੍ਰਿਤ ਵੇਲੇ ਹੀ ਸਿੱਖ ਦੀ ਉਚੇਚੀ ਸੇਵਾ ਹੋਵੇ। ਬਾਹਰ ਚਲੇ ਗਏ ਤਾਂ ਕਿ ਹੱਟੀ ਖੁਲਵਾ ਕੇ ਰਸਦ ਲੈ ਆਉਣ। ਪਿੱਛੋਂ ਮੌਕਾ ਤੱਕ ਕੇ ਉਸ ਬਹਿਰੂਪੀਏ ਨੇ ਉਹਨਾਂ ਦੀ ਘਰਵਾਲੀ ਨੂੰ ਕਤਲ ਕੀਤਾ। ਗਹਿਣਿਆਂ ਦਾ ਭਰਿਆ ਡੱਬਾ ਅਤੇ ਹੋਰ ਰੁਪਏ ਲੈ ਕੇ ਬਾਹਰ ਗਲੀ ਨਿਕਲਣ ਹੀ ਲੱਗਾ ਸੀ ਕਿ ਭਾਈ ਮਾਧੋ ਨਾਲ ਮੇਲ ਹੋ ਗਿਆ। ਭਾਈ ਜੀ ਕਹਿਣ ਕਿ ਸ਼ਾਹ ਵੇਲੇ ਕੀਤੇ ਬਗੈਰ ਉਹਨਾਂ ਜਾਣ ਨਹੀਂ ਦੇਣਾ ਅਤੇ ਉਸ ਦਾ ਅੰਦਰਲਾ ਚੋਰ ਪੱਲਾ ਛੁਡਾਵੇ। ਇਸ ਖਿੱਚੋ ਖਿੱਚੀ ਵਿੱਚ ਗਹਿਣਿਆਂ ਦਾ ਡੱਬਾ ਜ਼ਮੀਨ ਤੇ ਗਿਰ ਗਿਆ ਅਤੇ ਭਾਈ ਸਾਹਿਬ ਨੇ ਗਹਿਣੇ ਪਛਾਣ ਲਏ। ਡੱਬਾ ਉਸੇ ਤਰ੍ਹਾਂ ਹੀ ਉਸ ਨੂੰ ਧਮਾ ਕੇ ਘਰ ਲੈ ਆਏ। ਜਦ ਅੰਦਰ ਜਾ ਵੇਖਿਆ ਤਾਂ ਘਰ ਵਾਲੀ ਕਤਲ ਹੋਈ ਹੋਈ ਸੀ। ਭਾਈ ਸਾਹਿਬ ਨੇ ਕੁਝ ਨਾ ਕਿਹਾ, ਸਿਰਫ ਕੋਠੇ ਤੇ ਚੜ੍ਹ ਕੇ ਗੁਆਂਢੀ ਨੂੰ, ਜੋ ਕੀਰਤਨ ਕਥਾ ਲਈ ਉਹਨਾਂ ਦੀ ਬੱਦੀ ਧਰਮਸ਼ਾਲ ਵਿੱਚ ਆ ਰਹੇ ਸਨ, ਸਿਰਫ ਇਤਨਾ ਕਿਹਾ ਕਿ ਘਰ ਵਾਲੀ ਵਾਂਢੇ ਗਈ ਹੈ, ਇਸ ਲਈ ਕੀਰਤਨ ਰਤਾ ਕੁ ਦੇਰ ਨਾਲ ਆਰੰਭ ਹੋਵੇਗਾ। ਉਸ ਠੱਗ ਨੇ ਇਹ ਸਭ ਦੇਖ ਕੇ ਭਾਈ ਸਾਹਿਬ ਦੇ ਚਰਨ ਪਕੜ ਲਏ। ਭਾਈ ਸਾਹਿਬ ਨੇ ਇਹ ਹੀ ਕਿਹਾ ਕਿ ਜੇ ਉਹ ਤੇਰਾ ਨਾ ਲੈਂਦੇ ਤਾਂ ਸਿੱਖੀ ਬਦਨਾਮ ਹੁੰਦੀ ਹੈ। ਜੋ ਭਾਣਾ ਵਰਤਣਾ ਸੀ ਸੋ ਵਰਤ ਗਿਆ, ਹੁਣ ਸਿੱਖ ਅਤੇ ਸਿੱਖੀ ਨੂੰ ਲਾਜ ਕਿਉਂ ਲਵਾਵਾਂ। ਠੱਗ ਵੀ ਸਿੱਖੀ ਦਾਇਰੇ ਵਿੱਚ ਆਇਆ। ਐਸੇ ਸਿਦਕੀ ਸਿੱਖ ਗੁਰੂ ਦੀ ਸਿੱਖਿਆ ਨਾਲ ਨਿੱਤਰ ਰਹੇ ਸਨ। ਭਾਈ ਗੁਰਦਾਸ ਜੀ ਨੇ ਇਸੇ ਕਰਕੇ ਭਾਈ ਮਾਧੋ ਜੀ ਨੂੰ ਕਸ਼ਮੀਰ ਵਿੱਚ ਸਿੱਖੀ ਦੀ ਚਾਲ ਟੋਰਨ ਵਾਲਾ ਲਿਖਿਆ ਹੈ। ਮਾਧੋ ਸੋਢੀ ਕਸ਼ਮੀਰ ਗੁਰਸਿੱਖੀ ਦੀ ਚਾਲ ਚਲਾਈ। ਭਾਈ ਨੰਦਾ ਅਤੇ ਭਾਈ ਸਾਮੀ ਦਾਸ ਦੋਵੇਂ ਥਾਣੇਸਰ ਵਿੱਚ ਸਿੱਖੀ ਲੋ ਰੋਸ਼ਨ ਕਰੀ ਬੈਠੇ ਸਨ। ਹੱਟੀ ਸੀ ਪਰ ਮੋਲ ਤੋਲ ਨਹੀਂ ਸਨ ਕਰਦੇ। ਇਹਨਾਂ ਦਾ ਨਾਂ ਹੀ ਇੱਕ ਸੁਖਣੀਆਂ ਪੈ ਗਿਆ। ਇਲਾਕੇ ਵਿੱਚ ਉਹਨਾਂ ਦੇ ਸੁੱਚੇ ਵਿਹਾਰ ਕਰਕੇ ਸਿੱਖੀ ਫੈਲੀ। ਜੋ ਵੀ ਸਿੱਖ ਆਉਂਦਾ ਉਹ ਪ੍ਰਸੰਨ ਚਿੱਤ ਪ੍ਰਸ਼ਾਦ ਛਕਾਉਂਦੇ। ਸਰਦੀ ਹੁੰਦੀ ਤਾਂ ਆਪਣੇ ਹੱਥੀਂ ਪਾਣੀ ਗਰਮ ਕਰ ਪੈਰ ਧੋਂਦੇ ਅਤੇ ਲੋੜਵੰਦ ਦੇਖ ਵਸਤਰ ਵੀ ਦੇ ਕੇ ਆਉਂਦੇ। ਉਹਨਾਂ ਦਾ ਸਾਰਾ ਪਰਿਵਾਰ ਹੀ ਸੇਵਾ ਵਿੱਚ ਜੁਟਿਆ ਰਹਿੰਦਾ। ਭਾਈ ਮੁਰਾਰੀ ਆਨੰਦ ਜੋ ਆਪੂ ਇੱਕ ਆਤਮ ਗਿਆਨੀ ਸਨ ਅਤੇ ਭਾਈ ਕਲਿਆਣਾ, ਭਾਈ ਨਾਨੋ, ਭਾਈ ਆਲਮ ਚੰਦ ਹਾਂਡਾ, ਭਾਈ ਸਹਿਸਾਰੂ ਤਲਵਾੜ ਜੋ ਹੰਸਾਂ ਦੀ ਡਾਰ ਕਰਕੇ ਜਾਣੇ ਜਾਂਦੇ ਸਨ ਅਤੇ ਆਗਰੇ ਰਹਿੰਦੇ ਸਨ, ਨੇ ਆ ਕੇ ਬੇਨਤੀ ਕੀਤੀ। ਗਰੀਬ ਨਵਾਜ ਜਿਸ ਸਮੇਂ ਸ਼ਬਦ ਸੁਣਦੇ ਹਾਂ
ਉਸ ਸਮੇਂ ਤਾਂ ਮਨ ਨੀਵਾਂ ਰਹਿੰਦਾ ਹੈ, ਪਰ ਜਿਸ ਸਮੇਂ ਵਿਹਾਰ ਵਿੱਚ ਪੈ ਜਾਂਦੇ ਹਾਂ ਸਭ ਕੁਝ ਭੁੱਲ ਜਾਂਦਾ ਹੈ। ਕੋਈ ਉਪਾਅ ਦੱਸੋ ਕਿ ਮਨ ਟਿਕਿਆ ਰਹੇ। ਗੁਰੂ ਜੀ ਨੇ ਬਚਨ ਕੀਤਾ, ਅਜੇ ਅਭਿਆਸ ਦ੍ਰਿੜ ਨਹੀਂ ਹੋਇਆ। ਇਹ ਵਿਵਹਾਰ ਵਿੱਚ ਪੈਂਦੇ ਸਾਰ ਭੁੱਲਣ ਦਾ ਕਾਰਨ ਦੁਰਮਤ ਦਾ ਅਭਿਆਸ ਹੈ, ਜੋ ਕਈ ਜਨਮਾਂ ਤੋਂ ਚੱਲਿਆ ਆ ਰਿਹਾ ਹੈ। ਸ਼ਬਦ ਬਾਣੀ ਦਾ ਅਭਿਆਸ ਇੱਕ ਜਨਮ ਪਿਆ ਹੈ। ਦੇਹ ਅਭਿਮਾਨ ਕਰਕੇ ਸ਼ਬਦ ਨਹੀਂ ਦ੍ਰਿੜ ਹੁੰਦਾ। ਦੇਹ ਅਭਿਮਾਨ ਨਿਤ ਸਰਵਣ ਦੁਆਰਾ ਹੀ ਮੁੱਕੇਗਾ। ਜਿਵੇਂ ਦਰਿਆ ਦੇ ਪ੍ਰਵਾਹ ਨੂੰ ਰੋਕਣ ਲਈ ਬੰਦ ਦੀ ਲੋੜ ਹੁੰਦੀ ਹੈ, ਫਿਰ ਨਿਵਾਣ ਵੱਲ ਚੱਲ ਪੈਂਦਾ ਹੈ, ਤਿਵੇਂ ਗਿਆਨ ਰੂਪੀ ਬੰਦ ਸ਼ਬਦ ਰਾਹੀਂ ਮਾਰਨਾ ਪੈਂਦਾ ਹੈ ਅਤੇ ਫਿਰ ਮਨ ਆਪੇ ਹੀ ਨਿਵਾਣ ਵੱਲ ਚੱਲ ਪੈਂਦਾ ਹੈ। ਪ੍ਰਵਾਹ ਪਿਆ ਹੋਇਆ ਫਿਰ ਯਤਨ ਕੋਈ ਨਹੀਂ ਰਹਿੰਦਾ। ਭਾਈ ਸਿਗਾਰੂ ਅਤੇ ਭਾਈ ਜੈਤਾ ਜੀ ਬਹੁਤ ਵੱਡੇ ਸੂਰਮੇ ਸਨ। ਗੁਰੂ ਜੀ ਪਾਸ ਹਾਜ਼ਰ ਹੋਏ ਅਤੇ ਬੇਨਤੀ ਕੀਤੀ ਕਿ ਆਪਣੀ ਸ਼ਰਨ ਰੱਖੋ। ਮਹਾਰਾਜ ਨੇ ਕਿਹਾ, ਅਸਾਂ ਸ਼ਸਤਰ ਪਕੜਨੇ ਹਨ, ਸੋ ਗੁਰੂ ਹਰਗੋਬਿੰਦ ਦਾ ਰੂਪ ਧਾਰ ਕੇ ਹੀ ਪਕੜਨੇ ਹਨ। ਸਮਾਂ ਕਲਯੁਗ ਦਾ ਵਰਤਣਾ ਹੈ। ਸ਼ਸਤਰਾਂ ਦੀ ਵਿੱਦਿਆ ਕਰਕੇ ਮੀਰ ਦੀ ਮੀਰੀ ਖਿੱਚ ਲੈਣੀ ਹੈ ਅਤੇ ਸ਼ਬਦ ਦੀ ਪ੍ਰੀਤ ਸਮਝ ਕੇ ਪੀਰ ਦੀ ਪੀਰੀ ਲੈ ਲੈਣੀ ਹੈ। ਤੁਸੀਂ 6ਵੀਂ ਪਾਤਸ਼ਾਹੀ ਦੇ ਹਜ਼ੂਰ ਰਹਿਣਾ। ਇਸ ਤੋਂ ਸਪਸ਼ਟ ਹੈ ਕਿ ਗੁਰੂ ਜੀ ਆਉਣ ਵਾਲੇ ਸਮੇਂ ਮੁਗਲ ਸਰਕਾਰ ਨਾਲ ਟੱਕਰ ਦੇਖ ਰਹੇ ਸਨ। ਇਸ ਤਰ੍ਹਾਂ ਜਦ ਭਾਈ ਕਾਲੂ ਸੂਰਮਾ ਨੇ ਪੁੱਛਿਆ ਕਿ ਜੋ ਰਣ ਵਿੱਚ ਜੂਝ ਮਰਦੇ ਹਨ ਉਹਨਾਂ ਨੂੰ ਕੀ ਪਦ ਪ੍ਰਾਪਤ ਹੁੰਦਾ ਹੈ, ਤਾਂ ਉਸ ਸਮੇਂ ਉਹਨਾਂ ਸਿੱਖੀ ਨੂੰ ਰਣਨੀਤੀ ਦ੍ਰਿੜਾ ਦਿੱਤੀ ਸੀ। ਮਹਾਰਾਜ ਨੇ ਫਰਮਾਇਆ, ਜੋ ਕੋਈ ਵੀਰਤਾ ਧਰਮ ਨੂੰ ਅਪਣਾਉਂਦਾ ਹੈ ਉਸ ਨੂੰ ਰਣ ਵਿੱਚ ਨਿਰਭੈ ਹੋ ਜੂਝਣਾ ਚਾਹੀਦਾ ਹੈ। ਸ਼ਤਰੂ ਨੂੰ ਮਾਰਨ ਅਤੇ ਆਪ ਮਰਨ ਵੇਲੇ ਸਤਨਾਮ ਹਿਰਦੇ ਰੱਖਣਾ ਚਾਹੀਦਾ ਹੈ। ਪਰਮ ਪਦ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਜੋ ਬਿਨ ਤਰਾਸ ਰਣ ਵਿੱਚ ਜੂਝਦੇ ਹਨ। ਸ਼ਸਤਰਧਾਰੀ ਦਾ ਵੱਡਾ ਧਰਮ ਇਹ ਹੈ ਕਿ ਰਣ ਵਿੱਚ ਪਿੱਠ ਨਾ ਦਿਖਾਏ। ਇੱਕ ਹੋਰ ਸੂਰਮੇ ਭਾਈ ਆਡਿਤ ਸੋਇਨੀ ਨੂੰ ਕਿਹਾ ਸੀ ਕਿ ਧਰਮ ਦਾ ਯੁੱਧ ਕਰਨਾ ਹੈ ਅਤੇ ਜੋ ਗਰੀਬ ਨੂੰ ਰੰਝਾਣੇ ਤੰਗ ਕਰੇ ਉਹਨਾਂ ਵਿਰੁੱਧ ਲੜਨਾ ਹੈ। ਜਦ ਪ੍ਰਸਿੱਧ ਸੂਰਮਾ ਗੰਗਾ ਸਹਿਗਲ, ਜਿਸ ਦਾ ਮੁਗਲ ਫੌਜਾਂ ਵਿੱਚ ਵੱਡਾ ਮਨਸਬ ਸੀ, ਨੇ ਗੁਰੂ ਦੇ ਚਰਨ ਪਰਸੇ ਤਾਂ ਮਹਾਰਾਜ ਨੇ ਕਿਹਾ, ਤੇਰੇ ਵਰਗੇ ਸੂਰਮੇ ਨੂੰ ਮੁਗਲਾਂ ਦੀ ਨੌਕਰੀ ਨਹੀਂ ਕਰਨੀ ਚਾਹੀਦੀ। ਜੇ ਰੋਜੀ ਲਈ ਹੀ ਮੁਗਲਾਂ ਦੀ ਨੌਕਰੀ ਕਰਨੀ ਹੈ ਤਾਂ ਗੁਰੂ ਹਰਗੋਬਿੰਦ ਜੀ ਪਾਸ ਰਹੋ। ਫੌਜ ਬਣਾਉਣ ਤੇ ਰੱਖਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਭਾਈ ਜੈਤਾ, ਭਾਈ ਨੰਦਾ ਅਤੇ ਭਾਈ ਪਿਰਾਗਾ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਉਪਦੇਸ਼ ਦਿੱਤਾ ਸੀ ਕਿ ਇੰਦਰੀਆਂ ਨੂੰ ਸੰਕੋਚ ਕੇ ਸਵਾਸ ਸਵਾਸ ਵਾਹਿਗੁਰੂ ਦਾ ਜਾਪ ਕਰਨਾ ਅਤੇ ਜਿਸ ਸਮੇਂ ਬਿਰਤੀ ਟੁੱਟਦੀ ਦੇਖੋ ਸ਼ਬਦ ਦਾ ਪਰਚਾ ਵਿਚਾਰ ਕਰਨਾ। ਉਹਨਾਂ ਐਸਾ ਕੀਤਾ, ਪਰ ਬ੍ਰਾਹਮਣ ਕਹਿਣ ਕਿ ਤੁਸੀਂ ਕਰਮ ਛੱਡ ਦਿੱਤੇ ਹਨ, ਤੁਹਾਡਾ ਕਲਿਆਣ ਨਹੀਂ ਹੋ ਸਕੇਗਾ। ਸਿੱਖਾਂ ਨੇ ਬ੍ਰਾਹਮਣ ਨੂੰ ਖੂਬ ਲਿਆ ਤੇ ਕਿਹਾ, ਤੁਸੀਂ ਹੀ ਤਾਂ ਕਹਿੰਦੇ ਹੋ ਜਿਸ ਘਰ ਸੂਤਕ ਤੇ ਮ੍ਰਿਤਕ ਹੋਵੇ ਤਿਸ ਦੇ ਕਰਮ ਲੇਖੇ ਨਹੀਂ ਲੱਗਦੇ। ਅਸੀਂ ਜਿਸ ਦਿਨ ਦੇ ਗੁਰੂ ਅਰਜਨ ਦੇ ਦਰਸ਼ਨ ਪਾਏ ਹਨ, ਅਗਿਆਨ ਪਿਤਾ ਦੀ ਮੌਤ ਹੋ ਗਈ ਹੈ ਅਤੇ ਗਿਆਨ ਪੁੱਤਰ ਸਾਡੇ ਘਰ ਜਨਮਿਆ ਹੈ, ਸੋ ਕਰਮ ਕਰਨੇ ਵਿਅਰਥ ਹਨ। ਕਿਸ ਵਿਸ਼ਵਾਸ ਵਿੱਚ ਸਿੱਖ ਬੋਲਣ ਲੱਗ ਪਏ ਸਨ। ਇਹ ਸਭ ਗੁਰੂ ਅੰਗਦ ਦੇਵ ਜੀ ਦੀ ਸਿੱਖਿਆ ਦੇ ਹੀ ਫਲਸਰੂਪ ਸੀ। ਇਸ ਤਰ੍ਹਾਂ ਜਦ ਇੱਕ ਬ੍ਰਾਹਮਣ ਨੂੰ ਲੰਕਾ ਪ੍ਰਾਣ ਸੰਗਲੀ ਲੈਣ ਭੇਜਣ ਸਮੇਂ ਗੁਰੂ ਜੀ ਨੇ ਖਰਚਾ ਦਿੱਤਾ ਕਿ ਜਾ ਪੋਥੀ ਲਿਆਏ। ਉਸ ਬਹੁਤ ਸ਼ਗਨ ਮਨਾਈ, ਪਰ ਜਦ ਟੁਰਨ ਲੱਗਾ ਤਾਂ ਗਧਾ ਹੀਂਗ ਪਿਆ ਅਤੇ ਬ੍ਰਾਹਮਣ ਰੋਹ ਵਿੱਚ ਵਾਪਸ ਮੁੜ ਆਇਆ। ਮਹਾਰਾਜ ਨੇ ਭਾਈ ਪੈੜਾ ਕੋਹਲੀ ਜੀ ਨੂੰ ਲੰਕਾ ਜਾਣ ਦਾ ਹੁਕਮ ਦਿੱਤਾ। ਉਹ ਸੁਣਦੇ ਸਾਰ ਹੀ ਉੱਠ ਖਲੋਤਾ ਅਤੇ 5 ਪੈਸੇ ਗੁਰੂ ਜੀ ਪਾਸੋਂ ਅਸੀਸ ਵਜੋਂ ਲੈ ਕੇ ਚੱਲ ਪਿਆ। ਮਹਾਰਾਜ ਨੇ ਬਚਨ ਕੀਤਾ, ਪੰਡਿਤ ਜੀ ਐਸੇ ਅਨਿੰਨ ਭਗਤ ਹੁੰਦੇ ਹਨ ਜੋ ਥਿੱਤਵਾਰ ਗ੍ਰਹਿ ਨਹੀਂ ਪੁੱਛਦੇ, ਅਰਦਾਸ ਕਰਕੇ ਤੁਰਦੇ ਹਨ। ਵਾਹਿਗੁਰੂ ਆਪ ਬਰਕਤ ਪਾਉਂਦਾ ਹੈ। ਇਸ ਦਾ ਮਨ ਖਾਲੀ ਨਹੀਂ ਸੀ, ਸਿਦਕ ਵਾਲਾ ਸੀ। ਸਿਦਕੀ ਥਿੱਤਵਾਰ ਨਹੀਂ ਪੁੱਛਦੇ। ਵਾਰ ਮਹੂਰਤ ਤਿਥ ਨਹੀਂ ਪੂਛਾ, ਬਿਨਾਂ ਖਰਚ ਤੇ ਮਨ ਨਹੀਂ ਸ਼ੂਸ਼ਾ। ਦੁਆਬੇ ਦੇ ਕੁਝ ਚੌਧਰੀ ਭਾਈ ਪੁਰੀਆ, ਭਾਈ ਚੂਹੜ ਦੀ ਅਗਵਾਈ ਹੇਠ ਦਰਸ਼ਨਾਂ ਨੂੰ ਆਏ ਅਤੇ ਬੇਨਤੀ ਕੀਤੀ ਕਿ ਉਹਨਾਂ ਦੀ ਕਲਿਆਣ ਕਿਵੇਂ ਹੋਵੇਗੀ। ਮਹਾਰਾਜ ਨੇ ਕਿਹਾ, ਕੂੜ ਵਿਹਾਰ ਤਿਆਗ ਦੇਵੋ। ਕਲਯੁਗ ਵਿੱਚ ਕੂੜ ਹੀ ਪ੍ਰਧਾਨ ਦਿਸ ਰਿਹਾ ਹੈ, ਪਰ ਇਹ ਕਦੇ ਨਾ ਭੁੱਲੋ ਕਿ ਕੂਰ ਵਿਕਾਰਨ ਕੀ ਰਾਜਧਾਨੀ। ਚੌਧਰੀਆਂ ਵੀ ਆਪਣੀ ਮਜਬੂਰੀ ਦੱਸਦੇ ਹੋਏ ਕਿਹਾ, ਕੂਰ ਬਿਨਾ ਨਹਿ ਚੌਧਰ ਬਣੇ, ਝੂਠ ਬਿਨਾ ਨਾ ਹੋਏ ਗੁਜ਼ਾਰਨ। ਜੀਵਨ ਦਾਤਾ ਗੁਰੂ ਜੀ ਨੇ ਕਿਹਾ ਕਿ ਚੌਧਰ ਚਲਾਉਣ ਲਈ ਜਿਤਨਾ ਮਰਜ਼ੀ ਝੂਠ ਬੋਲੀ ਜਾਓ, ਪਰ ਸੰਗਤ ਵਿੱਚ ਜਾ ਕੇ ਦੱਸ ਦਿਆ ਕਰੋ। ਕੁਝ ਦਿਨ ਤਾਂ ਇੰਜ ਕਰਦੇ ਰਹੇ, ਪਰ ਬਹੁਤ ਸ਼ਰਮ ਆਵੇ ਨੇ। 6 ਮਹੀਨਿਆਂ ਵਿੱਚ ਸ਼ੁੱਧ ਭੰਡਾਰ ਹੋ ਗਏ। ਭਾਈ ਪੈੜਾ ਛੱਜਲ ਜੀ, ਭਾਈ ਕੱਦੂ ਜੀ ਨੇ ਬੇਨਤੀ ਕੀਤੀ ਕਿ
ਆਪ ਜੀ ਸ਼੍ਰੀ ਅੰਮ੍ਰਿਤਸਰ ਦੀ ਇਤਨੀ ਮਹੱਤਤਾ ਦਰੜਾਉਂਦੇ ਹੋ, ਇਸ ਦਾ ਕੀ ਕਾਰਨ ਹੈ? ਮਹਾਰਾਜ ਨੇ ਕਿਹਾ, ਬਾਕੀ ਤੀਰਥਾਂ ਤੇ ਨਾਮ ਸਿਮਰਨ ਰੁਕ ਗਿਆ ਸੀ। ਥਾਨਸਠ ਸਭ ਭ੍ਰਿਸ਼ਟ ਹੋਏ। ਸ਼ਬਦ ਦੀ ਵਿਚਾਰ ਅੰਮ੍ਰਿਤਸਰ ਹੀ ਹੁੰਦੀ ਹੈ, ਗੁਰਮਤ ਦ੍ਰਿੜ ਹੁੰਦੀ ਹੈ। ਰੁਕਿਆ ਸਿਮਰਨ ਇੱਥੇ ਚੱਲ ਪੈਂਦਾ ਹੈ। ਇੱਥੇ ਸਦਾ ਮਿਲਾਪ ਹੀ ਮਿਲਾਪ ਹੈ। ਬਾਕੀ ਥਾਵਾਂ ਤੇ ਨਿਰਾ ਕਰਮਕਾਂਡ ਅਤੇ ਦਾਨ ਪੁੰਨ ਤੇ ਜ਼ੋਰ ਹੈ। ਜੋ ਹੰਕਾਰ ਦੀ ਸੀੜੀ ਹੈ, ਇੱਥੋਂ ਸਿਮਰਨ ਦੀ ਲਾਗ ਲਗਾ ਕੇ ਗੁਰ ਸਿੱਖਣ ਕੀ ਸੇਵਾ ਕਰੀਏ, ਤਜ ਹੰਕਾਰ ਨਿਮਰਤਾ ਧਰੀਏ। ਉਹਨਾਂ ਐਸਾ ਪ੍ਰੇਮ ਪਾਇਆ ਕਿ ਇਲਾਕੇ ਵਿੱਚ ਜਾ ਕੇ ਸਿੱਖੀ ਦ੍ਰਿੜ ਕਰਾਈ। ਇੱਕ ਹੋਰ ਪੁੱਛ ਦੇ ਉੱਤਰ ਵਿੱਚ ਭਾਈ ਢੇਸੀ ਅਤੇ ਜੋਧ ਜੀ ਨੂੰ ਕਿਹਾ ਸੀ ਕਿ ਸ਼੍ਰੀ ਅੰਮ੍ਰਿਤਸਰ ਨਾਮ ਕੋ ਤੀਰਥ ਹੈ। ਸ਼੍ਰੀ ਹਰਿਮੰਦਰ ਸਾਹਿਬ ਇਸ ਸਰੋਵਰ ਵਿੱਚ ਜਹਾਜ਼ ਸਮ ਹੈ ਅਤੇ ਨਾਮ ਹੀ ਮਲਾਹ ਹੈ। ਬੀਚ ਜਹਾਜ਼ ਸਮ ਸ਼੍ਰੀ ਹਰਿਮੰਦਰ, ਜਿਸ ਸੋ ਨਾਮ ਮੁਹਾਣਾ ਸੁੰਦਰ। ਮਰਿਆਦਾ ਪੱਕੀ ਕਰਨੀ। ਭਾਈ ਸੇਠਾ, ਉਗਵੰਦਾ ਅਤੇ ਸੁਭਾਗਾ ਜੀ ਨੇ ਜਦ ਇਹ ਪੁੱਛਿਆ ਕਿ ਜਨਮ ਤੇ ਤਾਂ ਆਨੰਦ ਸਾਹਿਬ ਦਾ ਹੁਕਮ ਹੈ, ਮਨ ਪਿੱਛੋਂ ਸਾਨੂੰ ਕੀ ਕਰਨਾ ਚਾਹੀਦਾ ਹੈ? ਮਹਾਰਾਜ ਨੇ ਕਿਹਾ ਕਿ ਇਹ ਵੀ ਗੁਰੂ ਅਮਰਦਾਸ ਜੀ ਹੁਕਮ ਕਰ ਗਏ ਸਨ। ਪਿੱਛੇ ਕੀਰਤਨ ਕਰਿਓ ਨਿਰਬਾਨ ਜੀਓ, ਮਿਰਤ ਪਾਛੇ ਇਹ ਰੀਤ ਸੁ ਕਰੋ, ਗੁਰੂ ਗ੍ਰੰਥ ਕਾ ਪਾਠ ਸੋ ਧਰੋ। ਗੁਰੂ ਗ੍ਰੰਥ ਸਾਹਿਬ ਦੀ ਬੀੜ ਉਸ ਸਮੇਂ ਵੱਜ ਚੁੱਕੀ ਸੀ। ਸੋਗ ਨਹੀਂ ਕਰਨਾ, ਅਰਦਾਸ ਕਰਕੇ ਦਾਹ ਸੰਸਕਾਰ ਕਰ ਦੇਣਾ, ਫਿਰ ਕੜਾਹ ਪ੍ਰਸ਼ਾਦ ਕਰਕੇ ਸਾਰੇ ਛਕਣਾ। ਮਿਰਤਕ ਪਾਛੇ ਕਰ ਅਰਦਾਸ, ਕਰਹੁ ਕਰਾ ਕੋ ਮੁਖ ਗਰਾਸ। ਵਰਤ ਰੱਖਣ ਬਾਰੇ ਹੁਕਮ ਕੀਤਾ ਹੈ ਕਿ ਸਾਡੇ ਘਰ ਸੰਜਮ ਹੈ। ਸੰਜਮ ਸੋ ਆਹਾਰ ਨਿਤ ਕਰੀਬੈ, ਇੱਕ ਇਕਾਦਸ਼ੀ ਸਿੱਖ ਵਰਤ ਧਰੀਬੈ। ਉਹ ਤਾਂ 15 ਦਿਨ ਬਾਅਦ ਵਰਤ ਰੱਖਦਾ ਹੈ। ਸਿੱਖ ਦਾ ਰੋਜ਼ ਹੀ ਵਰਤ ਹੈ। ਬ੍ਰਾਹਮਣੀ ਰੀਤ ਬਿਲਕੁਲ ਨਹੀਂ ਕਰਨੀ। ਉਹ ਤਾਂ ਤਨ ਦੇ ਅਭਿਮਾਨੀ ਹਨ। ਸਿੱਖ ਆਤਮ ਗਿਆਨੀ ਹੈ। ਵਿਪਰ ਜਾਤ ਤਨ ਕੇ ਅਭਿਮਾਨੀ, ਗੁਰਸਿੱਖ ਹੋਵਤ ਆਤਮ ਗਿਆਨੀ। ਸਰੀਰ ਦਾ ਕਾਹਦਾ ਹੰਕਾਰ, ਇਹ ਤਾਂ ਚੰਮ ਨਾਲ ਹੀ ਬਿਨਸ ਗਿਆ। ਪਿੰਡ ਨਹੀਂ ਭਰਨੇ, ਤਰਪਣ ਗਾਇਤਰੀ ਦਾ ਪਾਠ ਨਹੀਂ ਕਰਨਾ, ਫੁੱਲ ਨਹੀਂ ਪਾਉਣੇ, ਦੀਵੇ ਨਹੀਂ ਬਾਲਣੇ, ਸਿਰਫ ਸਤਨਾਮ ਦਾ ਜਾਪ ਕਰਨਾ, ਇਹ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਬਖਸ਼ੇਗਾ। ਤੁਮ ਸਤਨਾਮ ਜਪੋ ਸੁਖ ਰਾਸਾ, ਪਹੁੰਚੇ ਵਾਹਿਗੁਰੂ ਪਗ ਪਾਸਾ। ਬਾਬਾ ਬੁੱਢਾ ਜੀ ਪਾਸ ਗੁਰੂ ਹਰਗੋਬਿੰਦ ਜੀ ਨੂੰ ਪੜ੍ਹਨੇ ਪਾਉਣਾ। ਗੁਰੂ ਹਰਗੋਬਿੰਦ ਜੀ ਜਦ 5 ਸਾਲਾਂ ਦੇ ਹੋਏ ਤਾਂ ਗੁਰੂ ਅਰਜਨ ਦੇਵ ਜੀ ਬਾਲਕ ਨੂੰ ਨਾਲ ਲੈ ਕੇ ਬਾਬਾ ਜੀ ਪਾਸ ਪਿੰਡ ਗਏ ਅਤੇ ਕਿਹਾ, ਇਹ ਸਕਲ ਪ੍ਰਸ਼ਾਦ ਵਰਤਾਓ, ਹਰਗੋਬਿੰਦ ਆਪ ਪੜ੍ਹਾਓ। ਬਾਬਾ ਜੀ ਨਿਮਰਤਾ ਵਿੱਚ ਕਹਿਣ ਲੱਗੇ, ਮੈਨੂੰ ਕੀ ਆਉਂਦਾ ਹੈ, ਮੈਂ ਤਾਂ ਘਾਸ ਕੋ ਰਾਖਾ। ਗੁਰੂ ਜੀ ਨੇ ਕਿਹਾ, ਜੋ ਤੁਹਾਨੂੰ ਆਉਂਦਾ ਹੈ ਕਿਸੇ ਹੋਰ ਨੂੰ ਨਹੀਂ ਆਉਂਦਾ। ਤੁਮ ਸਕਲ ਸਖਤ ਕੋ ਰਾਖੇ। ਬਾਬਾ ਬੁੱਢਾ ਜੀ ਨੇ ਆਪ 35 ਫੱਟੀ ਤੇ ਲਿਖ ਕੇ ਗੁਰੂ ਹਰਗੋਬਿੰਦ ਜੀ ਨੂੰ ਦਿੱਤੀ। ਸ਼ਸਤਰ ਵਿਦਿਆ ਲਈ ਭਾਈ ਪਿਰਾਗਾ ਜੀ ਨਿਯਤ ਕੀਤੇ ਗਏ। ਗੰਗਾ ਸਹਿਗਲ ਜੀ ਘੋੜਸਵਾਰੀ ਅਤੇ ਹੋਰ ਯੁੱਧ ਵਿਦਿਆ ਸਿਖਾਉਂਦੇ ਰਹੇ। ਭਾਈ ਗੁਰਦਾਸ ਜੀ ਗੁਰਬਾਣੀ ਅਤੇ ਹੋਰ ਭਾਵ ਦਰਸਾਉਂਦੇ ਰਹੇ। ਸਭ ਸਿੱਧਨ ਕੀਆ ਪ੍ਰਣਾਮ। ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਸਿੱਧੇ ਰਾਹ ਪਾਇਆ ਸੀ। ਉਹਨਾਂ ਦੇਖ ਲਿਆ ਸੀ ਕਿ ਨਾਨਕ ਨਾਮ ਹੀ ਕਲਯੁਗ ਵਿੱਚ ਸੁਖਾਲਾ ਹੈ ਅਤੇ ਇਹ ਕਹਿੰਦੇ ਮੁੜੇ ਸਨ, ਧੰਨ ਨਾਨਕ ਤੇਰੀ ਵੱਡੀ ਵਡਿਆਈ। ਕੁਝ ਮੁਖੀ ਸਿੱਧ ਅੰਮ੍ਰਿਤਸਰ ਦੀ ਮਹਿਮਾ ਸੁਣ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਆਏ ਅਤੇ ਗ੍ਰਹਿ ਸਦਭਾਵ ਵਿੱਚ ਗੁਰੂ ਜੀ ਨੂੰ ਵਿਚਰਦੇ ਦੇਖ ਕਹਿਣ ਲੱਗੇ, ਬਿਨ ਜਤ ਜੋਗ ਸਿੱਧ ਨਹੀਂ ਕੋਈ, ਬਿਨ ਸਿੱਧ ਜੋਗ ਗਿਆਨ ਨਹੀਂ ਹੋਏ, ਬਿਨ ਗਿਆਨ ਮੁਕਤ ਨਹੀਂ ਪਾਵੇ। ਮਹਾਰਾਜ ਨੇ ਫਰਮਾਇਆ ਕਿ ਸਾਰਾ ਨਿਰਣਾ ਗੁਰੂ ਨਾਨਕ ਜੀ ਕਰ ਗਏ ਸਨ ਅਤੇ ਫਿਰ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਵਿੱਚ ਖੋਲ ਸਮਝਾਇਆ ਹੈ। ਨੇਤਰ, ਸਰਵਣ, ਰਸਨਾ 5 ਕਰਮ ਇੰਦਰੀ, 5 ਗਿਆਨ ਇੰਦਰੀਆਂ ਨੂੰ ਸ਼ਬਦ ਵਿਚਾਰ ਨਾਲ ਕਾਬੂ ਕਰਨ ਦੀ ਜਾਂਚ ਗੁਰੂ ਜੀ ਨੇ ਸਿੱਖਾਂ ਨੂੰ ਸਿਖਲਾ ਦਿੱਤੀ। ਤੁਹਾਡਾ ਤਰੀਕਾ ਕੁੰਡਲੀਨੀ ਦੁਆਰਾ ਜ਼ੋਰ ਨਾਲ ਮੋਖ ਦੁਆਰ ਖੋਲ੍ਹਣ ਦਾ ਹੈ। ਸਾਡਾ ਤਰੀਕਾ ਜ਼ੋਰ ਵਾਲਾ ਨਹੀਂ, ਕੁੰਡਲੀਨੀ ਦੀ ਬਜਾਏ ਗੁਰੂ ਸ਼ਬਦ ਦੀ ਸਹਾਇਤਾ ਨਾਲ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਗੁਰੂ ਅਮਰਦਾਸ ਜੀ ਦਾ ਹੀ ਫਰਮਾਨ ਹੈ, 9 ਦਰਵਾਜ਼ੇ ਕਾਇਆ ਕੋਟ ਹੈ, 10ਵੇਂ ਗੁਪਤ ਰੱਖੀਆ, ਬਜਰ ਕਪਾਟ ਨਾ ਖੁੱਲ੍ਹਣੀ, ਗੁਰੂ ਸ਼ਬਦ ਖਲੀਜੈ। ਉਹਨਾਂ ਜਦ ਆਪੂ ਸ਼੍ਰੀ ਅੰਮ੍ਰਿਤਸਰ ਵਿਖੇ ਗੁਰੂ ਜੀ ਦੀ ਨਿੱਤ ਕਿਰਿਆ ਅਤੇ ਕਮਲ ਵਾਂਗੂ ਨਿਰਲੇਪ ਡਿੱਠਾ ਤਾਂ ਗੁਰੂ ਕਰਨੀ ਅੱਗੇ ਸਿਰ ਝੁਕਾਇਆ। ਮਹਿਮਾ ਪ੍ਰਕਾਸ਼ ਦੇ ਕਥਨ ਅਨੁਸਾਰ, ਸਭ ਸਿੱਧਨ ਤਿਨ ਕੀਆ ਪ੍ਰਣਾਮ, ਇਹ ਬੜੇ ਜਤੀ ਜਗ ਮੇ ਨਹਿਕਾਮ। ਸਭ ਸਤਿਗੁਰ ਜੀ ਪਹਿ ਉਸਤਤ ਕਹੇ, ਇਹ ਗ੍ਰਹਿ ਮਹਿ ਜਤੀ ਬੜ ਅਹੇ। ਇਨ ਸਮ ਜਤੀ
जग मोको नाहे, ज्यों रहे कमल जल इम ग्रह माहे। भाग 10वां शब्द प्रकाश आदि गुरु ग्रंथ साहिब दी बीड़ बननी। 60 कुछ साल होए डॉक्टर गोकुल चंद नारंग ने गुरु साहिबान संबंधी एक पुस्तक लिखी जिसका नाम उसने ट्रांसफॉर्मेशन ऑफ सिखिज्म रखा। उसका कहना सी कि सिख इतिहास परिवर्तन का इतिहास है। भावें उस आप किसी होर प्रसंग विच लिखिया कि जिस बीज ने गुरु गोबिंद सिंह जी वेले फल दिता उसकी बिजाई गुरु नानक देव जी ने की सी अते 8 गुरु साहिबाना ने उसनूं सिंचिया सी। जिस तेग ने खालसे की शान फैलाई सी उसनूं जरूर तैयार गुरु गोबिंद सिंह जी ने कीता सी, पर फलाद गुरु नानक देव जी कमा के दे गए सन। कहंदा ओह परिवर्तन ही रहा। फिर 40 साल होए प्रोफैसर इंदु भूषण बैनर्जी ने 2 हिस्सों में सिख इतिहास लिखिया। अपनी पुस्तकों का नाम उसने एवोल्यूशन ऑफ दी खालसा रखिया। उसका लिखना सी कि सहजे सहजे विकास होया ते खालसा साजा गया, पर यह भी कोई ढुकवीं दलील नहीं। सच का कदे विकास नहीं हुंदा। ओह आद भी सच सी, हुण भी सच है अते कल भी सच होवेगा। असल नुकता प्रिंसीपल तेजा सिंह ने पकड़िया। उन्हें कहा कि ना ही सिख इतिहासकार कोई परिवर्तन है ना विकास है, यह तो जिम्मेवारी उठाउण लई सिख तैयार करन दा इतिहास है। ग्रोथ ऑफ रिस्पॉन्सिबिलिटी इन सिखिज्म दा नाम उन्हें अपनी एक पुस्तक नूं दिता। जद कौमां जिम्मेवारी चुकण योग हुंदियां हन तां लिखती रूप विच विधान तैयार करदियां हन। जद ओह जिम्मेवार नहीं रहिंदियां तां एक पुरखी राज हो जाता है जां जुंडली दा। गुरु नानक जी शब्द का परचा लैके आए सन अते शब्द दे ही लड़ लगाउण दा उपराला सारी उम्र करते रहे। शब्द नाल ही सिद्ध मंडली ते सारी सृष्टि जित्ती। शब्द की जिम्मेवारी उठाउण लई सिख अजे तैयार नहीं सन होए। उन्हां जद भाई लैणा डिठा तां उसनूं शब्द की स्थापना दे कर ज्योति जोत समा गए। फिर यह शब्द जोत खडूर तो गोइंदवाल अते फिर अमृतसर आ टिकी। गुरु अर्जन देव जी ने सिक्खी का केंद्रीय स्थान स्थापन करन उपरंत गुरमत दे ग्रंथ की बीड़ बन्नण का फैसला किया। ग्रंथ विच विधान वांगू एक संचे विच एकत्रित करके मोहर लगा दी। जद सिख पंथ पूरी जिम्मेवारी चुकन योग हो गया तो गुरु गोबिंद सिंह जी ने आपा संकोच लिया अते इसकी जिम्मेवारी सारे पंथ नूं 5 प्यारिਆਂ राही सौंप दी। बाणी नूं एक थावें करन दा उपराला आप गुरु नानक देव जी आरंभ कर गए सन। जिस किताब वल हाजियां मक्के विखे इशारा कीता सी ओह किताब बाणी दा ही संग्रह सी। भगत बाणी भी गुरु नानक देव जी ने भगतां दे ठिकाणिਆਂ ते जाके उन्हां कोलों जां उन्हां दे जानशीनां कोलों लिख इकट्ठी कर लई। टाकरवीं नज़र मारन ते संपादकी टूक देन दा कारज भी गुरु नानक देव जी आप ही आरंभ कर गए सन। इत्थे एक उदाहरण ही बहुत होवेगी। फरीद जी ने उचारिया सी, बेड़ा बंद न सकियो बंधन की वेला, पर सरवर जब उछले तब तरन दुहेला, हाथ न लाए कुसुंबड़े जल जासी ढोला। रहाओ। गुरु नानक देव जी ने उसे राग सूही विच तस्वीर दा दूजा पासा दिखला दिता सी। जप तप का बंद बेड़ूला, जित लंघिया वहेला, न सरवर न उछले ऐसा पंथ सहेला, तेरा एको नाम मजीठड़ा, रता मेरा चोला, सद रंग ढोल। रहाओ। भगत बेणी ने कहा सी, कह बेणी गुरमुख ध्यावे, विण सतगुर बाट ना पावे। तां आप जी ने ठीक कहा है, सतगुर तो बगैर वाट नहीं मिलती, पर लोड़ निश्चय दी है। कह नानक निश्चय ध्यावे, विण सतगुर वाट ना पावे। उस पोथी साहिब नूं आपू गुरु नानक देव जी गुरु अंगद देव जी नूं सौंप गए सन। बाणी लिख प्रचारण की सोच ते उत्साह गुरु अंगद देव जी नूं ही सुझिया सी। उन्हां गुरमुखी वर्णमाला के मुताबिक गुरबाणी दीआं तुकां दा प्रचार कीता ते करवाया सी। उन्हां अपनी बाणी जो शलोकां विच सी ओह पोथी विच लिख के सारा खजाना गुरु अमरदास जी दे हवाले कर दिता सी। गुरु अमरदास जी ने टाकरवीं नज़र पाउणी जारी रखी। पहला पोथी की संपादना गुरु अमरदास जी ने की। 2 उदाहरणां देणियां कुथां नहीं होणगियां। श्लोक वारां ते वधीक विच गुरु नानक देव जी का एक 6 लफजां दा श्लोक है। लाहौर शहर जहर कहर सवा पहर। गुरु अमरदास जी ने नाल ही अपना उचारिया श्लोक लाहौर शहर अमृतसर सिफती दा घर लिख दिता।
ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਲਾਹੌਰ ਸ਼ਹਿਰ ਵਿੱਚ ਨਾ ਅੰਮ੍ਰਿਤ ਵੇਲਾ ਹੈ, ਨਾ ਹੀ ਕੋਈ ਪਰ ਲਈ ਦਰਦ, ਸਿਰਫ ਚੀਕ ਚਿਹਾੜਾ ਹੀ ਹੈ। ਤੀਜੇ ਪਾਤਸ਼ਾਹ ਨੇ ਲਿਖਿਆ ਕਿ ਲਾਹੌਰ ਨਿਰੋਲ ਇੱਕ ਸ਼ਹਿਰ ਹੀ ਹੈ, ਪਰ ਅੰਮ੍ਰਿਤਸਰ ਸਿਫਤੀ ਦਾ ਘਰ ਹੈ। ਬਾਬਾ ਫਰੀਦ ਜੀ ਨੇ ਲਿਖਿਆ ਸੀ, ਰਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ। ਭਾਵ ਸਪਸ਼ਟ ਨਹੀਂ ਸੀ। ਗੁਰੂ ਅਮਰਦਾਸ ਜੀ ਨੇ ਲਿਖਿਆ, ਫਰੀਦ ਜੀ ਕੋਈ ਤਨ ਬਗੈਰ ਰਤ ਤੋਂ ਨਹੀਂ ਹੋ ਸਕਦਾ। ਜੋ ਆਪਣੇ ਸਾਈਂ ਨਾਲ ਜੁੜੇ ਰਹਿੰਦੇ ਹਨ, ਉਹਨਾਂ ਵਿੱਚ ਲੋਭ ਰਤ ਨਹੀਂ ਹੁੰਦੀ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੇ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਗੁਰੂ ਰਾਮਦਾਸ ਜੀ ਨੂੰ ਇਹ ਸਾਰਾ ਖਜ਼ਾਨਾ ਗੁਰੂ ਅਮਰਦਾਸ ਜੀ ਨੇ ਸੌਂਪ ਦਿੱਤਾ। ਇਹ ਠੀਕ ਨਹੀਂ ਹੈ ਕਿ ਪੋਥੀਆਂ ਮੋਹਨ ਜੀ ਕੋਲ ਸਨ ਜਾਂ ਗੁਰੂ ਅਰਜਨ ਜੀ ਲੈਣ ਗਏ, ਜਾਂ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਜੀ ਦੀ ਉਸਤਤ ਵਿੱਚ ਗਾਵਿਆਂ ਤਾਂ ਮੋਹਨ ਨੇ ਚੁਬਾਰਾ ਖੋਲ੍ਹਿਆ। ਦੂਜੀ ਪੌੜੀ ਮੋਹਨ ਤੁਧ ਸਤ ਸੰਗਤ ਧਿਆਵੇ ਗਾਈ ਤਾਂ ਹੇਠਾਂ ਦਾ ਦਰਵਾਜ਼ਾ ਖੋਲ੍ਹਿਆ, ਅਤੇ ਜਦ ਤੀਜੀ ਚੌਥੀ ਗਾਈ ਤਾਂ ਪੋਥੀਆਂ ਲੈ ਕੇ ਮੋਹਨ ਜੀ ਆ ਗਏ। ਲੱਗਦਾ ਇੰਜ ਹੈ ਕਿ ਪੋਥੀ ਸਾਹਿਬ ਇੱਕ ਸੀ, ਉਸ ਵਿੱਚ ਕਿਸੇ ਤਰਤੀਬ ਨਾਲ ਬਾਣੀ ਨਹੀਂ ਸੀ ਚੜੀ ਹੋਈ। ਜਿਉਂ-ਜਿਉਂ ਗੁਰੂ ਸਾਹਿਬ ਸ਼ਲੋਕ ਉਚਾਰਦੇ ਰਹੇ, ਪੋਥੀ ਵਿੱਚ ਦਰਜ ਕਰਦੇ ਰਹੇ। ਮੋਹਨ ਜੀ ਕੋਲ ਇਸ ਪੋਥੀ ਸਾਹਿਬ ਦਾ ਉਤਾਰਾ ਸੀ। ਭਗਤਾਂ ਦੀ ਵੱਖ ਅਤੇ ਗੁਰੂ ਸਾਹਿਬ ਦੀ ਵੱਖ ਸੀ। ਬੜੀ ਲਗਨ ਨਾਲ ਉਹਨਾਂ ਪੋਥੀਆਂ ਤਿਆਰ ਕੀਤੀਆਂ ਸਨ। ਜਦ ਗੁਰੂ ਜੀ ਆਪੂ ਪੋਥੀਆਂ ਲੈਣ ਆਏ ਤਾਂ ਉਹਨਾਂ ਚਾਅ ਨਾਲ ਦਿੱਤੀਆਂ। ਮੋਹਨ ਜੀ ਤਾਂ ਗੁਰੂ ਅਰਜਨ ਦੇਵ ਜੀ ਨਾਲ ਬਹੁਤ ਹਿੱਤ ਕਰਦੇ ਸਨ। ਬੰਸਾਵਲੀ ਨਾਮੇ ਦੀ ਗਵਾਹੀ ਹੈ। ਗੁਰੂ ਅਰਜਨ ਜੀ ਦਾ ਮੋਹਨ ਨਾਲ ਵੱਡਾ ਸੀ ਪਿਆਰ, ਪੁੱਤਰ ਮਾਮੇ ਦਾ ਲਗੇ, ਭਾਈ ਸਾਧ ਸੰਤ ਦਾ ਹਿਤਕਾਰ। ਬੀੜ ਬੰਨਣਾ ਵੀ ਉਸੇ ਇਤਿਹਾਸਿਕ ਲਹਿਰ ਦਾ ਹਿੱਸਾ ਸੀ ਜੋ ਸੁਲਤਾਨਪੁਰ ਤੋਂ ਗੁਰੂ ਨਾਨਕ ਨੇ ਸ਼ੁਰੂ ਕੀਤੀ ਸੀ, ਪਰ ਨਿਰਣਾ ਉਸੇ ਸਮੇਂ ਲਿਆ ਲੱਗਦਾ ਹੈ ਜਦ ਬਾਬਾ ਪ੍ਰਿਥੀ ਚੰਦ ਨੇ ਹੇਹਰੀ ਸ਼੍ਰੀ ਦਰਬਾਰ ਸਾਹਿਬ ਦੀ ਸ਼ਕਲ ਦਾ ਹਰਮੰਦਰ ਤੇ ਤਲਾਬ ਬਣਾ ਲਿਆ ਅਤੇ ਦੁੱਖ ਭੰਜਨੀ ਦੀ ਥਾਂ ਦੁੱਖ ਨਿਵਾਰਨ ਵੀ ਉਸਾਰ ਲਿਆ। ਪੋਥੀ ਸਾਹਿਬ ਦੇ ਟਾਕਰੇ ਲਈ ਪੋਥੀ ਵੀ ਰਚ ਲਈ। ਮਿਹਰਬਾਨ ਤਾਂ ਇੱਥੋਂ ਤੱਕ ਨਿਕਲ ਗਿਆ ਸੀ ਕਿ ਉਹ ਪੀਰਾਂ ਪੈਗੰਬਰਾਂ ਦੀਆਂ ਵਾਰਾਂ ਰਚ ਆਪਣੀ ਪੋਥੀ ਵਿੱਚ ਲਿਖ ਪ੍ਰਚਾਰ ਕਰਦਾ ਸੀ। ਉਸ ਨੇ ਤਾਂ ਵਾਰ ਪੀਰਾਂ ਦੀ, ਆਦ ਰਮਾਇਣ, ਆਦ ਮਹਾਭਾਰਤ, ਆਦ ਕਥਾ, ਹਜ਼ਰਤ ਮੁਹੰਮਦ ਸਾਹਿਬ ਕੀ ਕਥਾ, ਇਮਾਮ ਹਸਨ ਹੁਸੈਨ ਕੀ ਪ੍ਰਚਲਿਤ ਵੀ ਕਰ ਦਿੱਤੀਆਂ ਸਨ। ਭੁਲੇਖਾ ਪੈ ਜਾਣਾ ਕੁਦਰਤੀ ਸੀ। ਨਾਨਕ ਨਾਮ ਦੀ ਛਾਪ ਵੀ ਉਸ ਲਗਾਉਣੀ ਸ਼ੁਰੂ ਕਰ ਦਿੱਤੀ ਸੀ। ਜਿਵੇਂ ਆਪਣੇ ਇੱਕ ਦੋਸਤ ਕਾਹਨਾ ਭਗਤ ਦੀ ਉਸਤਤ ਵਿੱਚ ਉਸ ਲਿਖ ਮਾਰਿਆ, ਸੂਰਦਾਸ ਦਾਦੂ ਜਸਕੀਨਾ ਕਾਹਨ ਦਾਸ ਤੇਰੇ ਨਾਮ ਸੰਗ ਲੀਨਾ, ਨੇਤ ਨੇਤ ਕਹਿ ਵੇਦ ਸੁਣਾਵੇ, ਸੰਤ ਧੂਰ ਨਾਨਕ ਜਨ ਪਾਵੇ। ਇਹ ਕਾਹਨਾ ਉਹੀ ਸੀ ਜਿਸ ਦੀ ਰਚਨਾ ਗੁਰੂ ਪੰਜਵੇਂ ਨੇ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਠੀਕ ਹੈ ਕਿ ਕੱਚੀ ਸੱਚੀ ਬਾਣੀ ਸਿੱਖ ਤਾਂ ਪਹਿਚਾਣ ਲੈਂਦੇ ਸਨ, ਪਰ ਕੋਈ ਪੜ੍ਹ ਜਾਏ ਤਾਂ ਉਹਨਾਂ ਲਈ ਬਹੁਤ ਕਠਿਨਾਈ ਆ ਜਾਂਦੀ ਸੀ। ਸਧਾਰਨ ਸਿੱਖ ਲਈ ਨਿਰਣਾ ਲੈਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਸੀ। ਪਾਣੀ ਸਿਰੋਂ ਲੰਘ ਗਿਆ ਸੀ। ਗੁਰੂ ਸਾਹਿਬ ਦੀ ਬੀੜ ਹੁਣ ਸਾਡੇ ਪਾਸ ਹੁੰਦਿਆਂ ਵੀ ਕਈ ਰਾਗੀ ਪ੍ਰਚਾਰਕ ਵੱਧ ਘੱਟ ਤੁਕਾਂ ਪੜ੍ਹ ਜਾਂਦੇ ਹਨ। ਉਸ ਵੇਲੇ ਜਦ ਬੀੜ ਨਹੀਂ ਸੀ ਵੱਜੀ, ਕਿਤਨੀ ਔਕੜ ਹੋਵੇਗੀ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਸਾਖੀ ਵੀ ਆਉਂਦੀ ਹੈ ਕਿ ਭਾਈ ਗੋਪੀ ਮਹਿਤਾ, ਭਾਈ ਤੀਰਥ, ਭਾਈ ਨੱਥਾ, ਭਾਈ ਭਾਊ ਮੋਕਲ, ਭਾਈ ਢਿੱਲੀ ਜੀ ਗੁਰੂ ਜੀ ਪਾਸ ਆਏ ਅਤੇ ਬੇਨਤੀ ਕੀਤੀ, ਜੀ ਸੱਚੇ ਪਾਤਸ਼ਾਹ, ਗੁਰੂ ਦੀ ਬਾਣੀ ਨੂੰ ਸੁਣ ਕੇ ਹੀ ਤਾਂ ਭੈ ਪ੍ਰਾਪਤ ਹੁੰਦਾ ਹੈ, ਪਰ ਪ੍ਰਿਥੀਮਲ ਤੇ ਮਹਾਦੇਵ ਅਤੇ ਹੋਰ ਸੋਢੀਆਂ ਬਾਣੀ ਰਚ ਕੇ ਵਿੱਚ ਗੁਰੂ ਨਾਨਕ ਜੀ ਦਾ ਭੋਗ ਪਾਇਆ ਹੈ। ਉਹਨਾਂ ਦਾ ਜਦ ਨਾਂ ਸੁਣਦੇ ਹਾਂ ਤਾਂ ਚਤੁਰਾਈ ਅਤੇ ਅਭਿਮਾਨ ਵੱਧਦਾ ਹੈ। ਇਹ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ, ਭਾਈ ਗੁਰਦਾਸ, ਹੁਣ ਤਾਂ ਬਾਣੀਆਂ ਨੂੰ ਗੁਰਸਿੱਖ ਜਾਣਦੇ ਹਨ, ਅੱਗੋਂ ਜੋ ਹੋਵਣਗੇ ਸੋ ਪਛਾਣਨਗੇ ਨਹੀਂ। ਜੋ ਗੁਰੂ ਜੀ ਕੀ ਬਾਣੀ ਕੌਣ ਹੈ ਅਤੇ ਬਾਹਰ ਕੀ ਕੌਣ ਹੈ, ਤਾਂ ਸਭ ਬਾਣੀਆਂ ਇਕੱਠੀਆਂ ਕਰਕੇ ਗ੍ਰੰਥ ਜੀ ਦੀ ਬੀੜ ਕੀਚੈ ਅਤੇ ਅੱਖਰ ਵੀ ਗੁਰਮੁਖੀ ਸੁੰਗਮ ਕੀਚਨ। ਬੰਸਾਵਾਲੀ ਨਾਮੇ ਵਿੱਚ ਵੀ ਇਸੇ ਪ੍ਰਕਾਰ ਦੀ ਗਵਾਹੀ ਭਰੀ ਹੈ। ਜਦ ਸਿੱਖ ਆਪ ਕੀਰਤਨ ਕਰਨ ਲੱਗ ਪਏ ਸਨ ਤਾਂ ਇੱਕ ਦਿਵਸ ਇੱਕ ਸਿੱਖ ਨੇ ਸ਼ਬਦ ਮਿਹਰਵਾਨ ਦਾ ਕੀਰਤਨ ਵਿੱਚ ਪੜ੍ਹਿਆ। ਉਹ ਗੁਰੂ ਅਰਜਨ ਜੀ ਦੀ ਸਰਵਣੀ ਪਿਆ। ਬਚਨ ਕੀਤਾ, ਭਾਈ ਗੁਰਦਾਸ, ਗੁਰਦੀ ਬਾਣੀ ਜੁਦਾ ਕਰੀਏ, ਮੀਣੇ ਪਾਂਦੇ ਨੇ ਰਲਾ, ਸੋ ਵਿੱਚ ਰਲਾ ਨਾ ਧਰੀਏ। ਮੀਣਿਆਂ ਨੇ ਇੱਕ ਗ੍ਰੰਥ ਵੀ ਬਣਾ ਲਿਆ ਸੀ, ਜਿਸ ਵਿੱਚ ਚਲਾਕੀ ਇਹ ਕੀਤੀ ਸੀ ਕਿ ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਪਾ ਕੇ ਆਪਣੇ ਨਾਲ ਰਲਾ ਦਿੱਤੇ ਸਨ।
ਮੀਣਿਆਂ ਵੀ ਇੱਕ ਪੁਸਤਕ ਗ੍ਰੰਥ ਬਣਾਇਆ, ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਬਾਣੀ ਵਿੱਚ ਲਿਖ ਪਾਇਆ। ਮਹਿਮਾ ਪ੍ਰਕਾਸ਼ ਨੇ ਜਿੱਥੇ ਇਹ ਸਾਚੀ ਝੂਠੀ ਅੱਡ-ਅੱਡ ਕਰਨ ਦੀ ਗੱਲ ਆਖੀ ਹੈ, ਉੱਥੇ ਪੰਥ ਲਈ ਗ੍ਰੰਥ ਰਚਨਾ ਜ਼ਰੂਰੀ ਕਿਹਾ ਹੈ। ਇੱਕ ਦਿਨ ਪਾਤਸ਼ਾਹ ਦਇਆ ਦੇ ਘਰ ਬੈਠੇ ਹੋਏ ਸਨ। ਏਕ ਦਿਵਸ ਪ੍ਰਭ ਪ੍ਰਾਤः ਕਾਲਾ, ਦਇਆ ਭਰੇ ਪ੍ਰਭ ਦੀਨ दयाला। यह मन उपजी प्रगट्यो जग पंथ, तह कारण कीजे अब ग्रंथ। भाई गुरदास को आज्ञा करी, सब करे एकत्रित बाणी एह करी। ओह बाणी भगतन की सब मेलो, साची राखो झूठी पेलो। बाणी जुदा कर लिखदे देख एक वारी गुरु अर्जन देव जी ने भाई गुरदास जी कोलों पुछया भी सी कि तुसी किवें पहचान लैंदे हो कि बाणी गुरु पातशाह दी है ਜਾਂ ਇਸ ਵਿੱਚ ਰਲਾ ਹੈ। ਭਾਈ ਗੁਰਦਾਸ ਜੀ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ ਸੀ ਕਿ ਐਸਾ ਹੀ ਕੌਣ ਅਭਾਗੀ ਇਸਤਰੀ ਹੈ ਜੋ ਆਪਣੇ ਭਰਤਾ ਦੀ ਆਵਾਜ਼ ਨਹੀਂ ਪਹਿਚਾਨਦੀ। ਇਹ ਖਸਮ ਦੀ ਬਾਣੀ ਹੈ। ਜੇ ਕਿਧਰੇ ਨਾਲ ਲੱਗਦੇ ਕਮਰੇ ਵਿੱਚ ਕੁਝ ਮਰਦ ਬੈਠੇ ਗੱਲਾਂ ਕਰਦੇ ਹੋਣ ਤਾਂ ਇਸਤਰੀ ਨੂੰ ਆਪਣੇ ਪਤੀ ਦੀ ਆਵਾਜ਼ ਸਿੱਧੀ ਹਿਰਦੇ ਲੱਗੇਗੀ। ਮਕਾਲਫ ਦਾ ਖਿਆਲ ਹੈ ਕਿ ਬੀੜ ਬੰਨਣ ਦੇ ਮਨੋਰਥਾਂ ਵਿੱਚ ਗੁਰੂ ਜੀ ਦਾ ਇੱਕ ਇਹ ਵੀ ਸੀ ਕਿ ਦੁਨੀਆ ਨੂੰ ਦੱਸਿਆ ਜਾਵੇ ਕਿ ਸਿੱਖ ਧਰਮ ਵਿੱਚ ਇਹੋ ਜਿਹਾ ਕੋਈ ਭਰਮ ਨਹੀਂ ਅਤੇ ਹਰ ਇੱਕ ਨੇਕ ਪੁਰਸ਼ ਭਾਵੇਂ ਉਹ ਕਿਸੇ ਜਾਤ ਅਤੇ ਮਤ ਦਾ ਹੈ, ਸੱਚ ਪਛਾਣ ਸਕਦਾ ਹੈ ਅਤੇ ਵਡਿਆਈ ਤੇ ਸਨਮਾਨਯੋਗ ਹੈ। ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ। ਹੋਰ ਮਕਾਲਫ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਜੀ ਨੇ ਸੋਚਿਆ ਕਿ ਕੌਮ ਨੂੰ ਸੁਤੰਤਰ ਕਰਨ ਲਈ ਅਤੇ ਖਿਆਲ ਦੀ ਸਾਂਝ ਲਈ ਸਿੱਖਾਂ ਨੂੰ ਆਪਣੀ ਬੋਲੀ ਵਿੱਚ ਪਵਿੱਤਰ ਕਾਨੂੰਨ ਦੀ ਕਿਤਾਬ ਬਖਸ਼ੀ ਜਾਏ। ਇਸ ਮਹਾਨ ਕਾਰਜ ਲਈ ਗੁਰੂ ਜੀ ਨੇ ਉਚੇਚਾ ਇਕਾਂਤ ਵਾਲਾ ਥਾਂ ਚੁਣਿਆ। ਉਸ ਥਾਂ ਜੰਡ, ਬੇਰੀ, ਬੋਹੜ, ਅੰਜੀਰ ਅਤੇ ਪਿੱਪਲ ਦੇ ਬ੍ਰਿਸ਼ਾਂ ਦੀ ਸੁਹਾਵਣੀ ਛਾਂ ਸੀ ਅਤੇ ਨਾਲ ਹੀ ਹਰਿਆਵਲ ਅੱਖਾਂ ਨੂੰ ਠੰਡ ਪਹੁੰਚਾਉਂਦੀ ਸੀ। ਉੱਥੇ ਹੀ ਸਰੋਵਰ ਦੀ ਖੁਦਾਈ ਕੀਤੀ ਤਾਂ ਕਿ ਠੰਡੀ ਠੰਡੀ ਹਵਾ ਰੁਮਕਦੀ ਰਹੇ। ਸਰੋਵਰ ਕੁਝ ਦਿਨਾਂ ਵਿੱਚ ਤਿਆਰ ਹੋ ਗਿਆ। ਨਾਮ ਰਾਮਸਰ ਰੱਖਿਆ। ਗੁਰੂ ਸਾਹਿਬ ਜਾਣਦੇ ਸਨ ਕਿ ਗ੍ਰੰਥ ਸਾਹਿਬ ਦੀ ਬੀੜ ਬਣਨ ਤੇ ਬਹੁਤ ਸਮਾਂ ਲੱਗਣਾ ਹੈ। ਇਸ ਲਈ ਬਾਬਾ ਬੁੱਢਾ ਜੀ ਨੂੰ ਬੀੜ ਤੋਂ ਸ਼੍ਰੀ ਅੰਮ੍ਰਿਤਸਰ ਟਿਕਾਣਾ ਕਰਨ ਲਈ ਕਿਹਾ ਤਾਂ ਕਿ ਆਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹਿਣ। ਰਾਮਸਰ ਅਤੇ ਹੋਰ ਸੇਵਾ ਲਈ ਉਚੇਚਾ ਭਾਈ ਬੰਨੋ ਜੀ ਨੂੰ ਲਗਾਇਆ। ਉਹ ਇੱਕ ਅਨੰਨ ਸਿੱਖ ਸਨ। ਭਾਈ ਜੀ ਸਾਂਦਲ ਦੀ ਬਾਰ ਵਿੱਚ ਰਹਿੰਦੇ ਸਨ। ਗੁਰੂ ਦੇ ਪਿਆਰੇ ਅਤੇ ਸੱਚਮੁੱਚ ਕਮਲ ਵਾਂਗ ਅਲੋਪ ਜੀਵਨ ਗੁਜ਼ਾਰ ਰਹੇ ਸਨ। ਜਦ ਉਹਨਾਂ ਨੂੰ ਖਬਰ ਹੋਈ ਕਿ ਰਾਮਸਰ ਦੀ ਉਚੇਚੀ ਰਚਨਾ ਇਸ ਕਾਰਜ ਲਈ ਕੀਤੀ ਜਾ ਰਹੀ ਹੈ ਕਿ ਗ੍ਰੰਥ ਸਾਜਣਾ ਹੈ ਤਾਂ ਪਿੰਡੋਂ ਉਚੇਚੇ ਆਏ ਅਤੇ ਸੇਵਾ ਮੰਗੀ। ਮਹਾਰਾਜ ਜੀ ਨੇ ਦੇਖਭਾਲ ਦਾ ਸਾਰਾ ਪ੍ਰਬੰਧ ਉਹਨਾਂ ਨੂੰ ਹੀ ਸੌਂਪ ਦਿੱਤਾ। ਜਦ ਤੱਕ ਗੁਰੂ ਗ੍ਰੰਥ ਦੀ ਰਚਨਾ ਹੁੰਦੀ ਰਹੀ ਭਾਈ ਸਾਹਿਬ ਉੱਥੇ ਹੀ ਰਹੇ। ਸੇਵਾ ਇਤਨੇ ਨਹਿਕਾਮ ਅਤੇ ਨਿਰਮਾਣ ਹੋ ਕੇ ਕਰਦੇ ਸਨ ਕਿ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਦਾ। ਮੂੰਹ ਹਨੇਰੇ ਮੂੰਹ ਸਿਰ ਲਪੇਟ ਕੇ ਖੂਹ ਗੇੜਦੇ ਰਹਿੰਦੇ ਅਤੇ ਸੰਗਤਾਂ ਨੂੰ ਇਸ਼ਨਾਨ ਕਰਾਉਂਦੇ। ਇਹਨਾਂ ਨੂੰ ਇਸੇ ਲਈ ਗੁਰੂ ਜੀ ਨੇ ਆਪਣਾ ਪਿਆਰਾ ਸਿੱਖ ਕਿਹਾ ਸੀ। ਸਦਾ ਸੰਗਤਾਂ ਨੂੰ ਲੈ ਕੇ ਗੁਰੂ ਜੀ ਪਾਸ ਆਉਂਦੇ ਸਨ। ਮਹਾਰਾਜ ਨੇ ਇੱਕ ਵਾਰੀ ਇਹਨਾਂ ਨੂੰ ਸੰਗਤ ਦਾ ਮੋਹਰੀ ਅਤੇ ਪ੍ਰੇਮੀ ਸਿੱਖ ਕਿਹਾ ਸੀ। ਇੱਕ ਤੋਂ ਸੰਗਤ ਕੋ ਮੋਹਰਲੀ, ਦੂਜੀ ਪ੍ਰੇਮੀ ਅਹੇ ਮਹਾਨਾ। ਆਮ ਤੌਰ ਤੇ ਮੋਹਰੀ ਪ੍ਰੇਮੀ ਨਹੀਂ ਹੁੰਦੇ। ਇਹ ਪ੍ਰੇਮ ਵਿੱਚ ਗੁੱਝੇ ਹੋਏ ਸਨ। ਇੰਜ ਪ੍ਰਤੀਤ ਹੁੰਦਾ ਹੈ ਕਿ ਉਤਾਰਾ ਕਰਨ ਦਾ ਹੁਕਮ ਵੀ ਆਪੂ ਗੁਰੂ ਜੀ ਨੇ ਦਿੱਤਾ ਸੀ। ਜਦ ਬੀੜ ਲਗਭਗ ਲਿਖੀ ਜਾ ਚੁੱਕੀ ਸੀ ਤਾਂ ਮਹਾਰਾਜ ਨੇ ਇਹ ਜਾਤਾ ਕਿ ਇਹ ਬੀੜ ਤਾਂ ਸ਼੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਹੋਵੇਗੀ। ਫਿਰ ਸਿੱਖ ਉਤਾਰਾ ਕਿੱਥੋਂ ਕਰਨਗੇ ਅਤੇ ਪਾਠ ਕਿਸ ਤੋਂ ਕਰਨਗੇ। ਸੋ ਕਈ ਲਿਖਾਰੀ ਲਗਾ ਕੇ ਭਾਈ ਬੰਨੋ ਜੀ ਨੇ ਇਹ ਕੰਮ ਨੂੰ ਗੁਰੂ ਜੀ ਦੀ ਆਗਿਆ ਨਾਲ ਸਿਰੇ ਚਾੜਿਆ ਸੀ। ਮਹਿਮਾ ਪ੍ਰਕਾਸ਼ ਦਾ ਕਹਿਣਾ ਹੈ ਕਿ ਬਹੁ ਹੱਥਾਂ ਨਾਲ ਲਿਖਣ ਕਾਰਨ ਕਈ ਸ਼ਬਦ ਮਿਸਲ ਬੇਮਿਸਲ ਹੋ ਗਏ ਸਨ। ਬਹੁ ਹਾਥਨ ਕਰ ਲਿਖਣਾ ਭਇਆ, ਕੋਊ ਸ਼ਬਦ ਮਿਸਲ ਬੇਮਿਸਲ ਹੋ ਗਿਆ। ਇਹ ਖਾਰੇ ਕੀ ਮਿਸਲ ਕਹਾਵੇ, ਗੁਰਦਾਸ ਮਿਸਲ ਸੇ ਭੇਦ ਜਨਾਵੇ। ਯਾਦ ਰਹੇ ਕਿ ਖਾਰਾ ਪਿੰਡ ਸੀ ਜੋ ਪਿੱਛੋਂ ਮੰਗਟ ਕਰਕੇ ਜਾਣਿਆ ਜਾਣ ਲੱਗਾ। ਇੱਥੇ ਭਾਈ ਗੁਰਦਾਸ ਜੀ ਦੀ ਹੱਥ ਲਿਖੀ ਬੀੜ ਨਾਲੋਂ ਅੱਡ ਦੱਸਣ ਲਈ ਖਾਰੇ ਕੀ ਮਿਸਲ ਵਰਤਿਆ ਹੈ। ਇਹ ਵੀ ਭਾਈ ਬੰਨੋ ਸਾਹਿਬ ਦੀ ਇੱਕ ਪਰਉਪਕਾਰੀ ਸੇਵਾ ਸੀ। ਗੁਰਬਿਲਾਸ ਪਾਤਸ਼ਾਹੀ ਛੇਵੀਂ ਨੇ ਵੀ ਇਹ ਹੀ ਲਿਖਿਆ ਹੈ, ਭਾਈ ਬੰਨੋ ਜੀ ਕਰਿਓ ਸ਼੍ਰੀ ਗ੍ਰੰਥ ਉਤਾਰਾ। ਸੋ ਪੂਰੀ ਵਿਉਂਤ ਬਣਾ ਕੇ ਭਾਈ ਗੁਰਦਾਸ ਜੀ ਨੂੰ ਦੱਸ ਦਿੱਤੀ ਅਤੇ ਲਿਖਣ ਦਾ ਸਾਰਾ ਕਾਰਜ ਆਰੰਭ ਹੋ ਗਿਆ। ਰਾਗਾਂ ਦੀ ਪ੍ਰਧਾਨਤਾ ਰੱਖੀ ਅਤੇ ਸਾਰੀ ਬਾਣੀ ਰਾਗਾਂ ਅਨੁਸਾਰ ਕੀਤੀ। ਪਹਿਲਾਂ ਸਾਰੀ ਬਾਣੀ ਵੱਖ-ਵੱਖ ਗੁਰੂ ਵਿਅਕਤੀਆਂ ਜਾਂ ਭਗਤਾਂ ਦੇ ਨਾਵਾਂ ਹੇਠ ਸੀ। ਭਗਤਾਂ ਦੀ ਬਾਣੀ ਵੀ ਰਾਗਾਂ ਅਨੁਸਾਰ ਹੀ ਕੀਤੀ। ਬਾਣੀ ਕਈ ਕਾਵਿ ਛੰਦਾਂ ਸਿਰਲੇਖਾਂ ਹੇਠ ਲਿਖੀ ਹੋਈ ਸੀ। ਗੁਰੂ ਜੀ ਨੇ ਇਸ ਨੂੰ ਤਰਤੀਬਵਾਰ ਕੀਤਾ। ਹੋਰ ਸਾਰੇ ਸ਼ਲੋਕ
हर गुर व्यक्ति दे एक थां सन। वारां सिर्फ पौड़ियां ही सन। इन्हां सलोकां नूं पौड़ियां नाल मजमून देख के कर दिता। ਜਿਹੜੇ ਸਲੋਕ ਬਚੇ ਰਹੇ ਉਹਨਾਂ ਨੂੰ ਸਲੋਕ ਵਾਰਾਂ ਤੇ ਵਧੇਕ ਸਿਰਲੇਖ ਹੇਠਾਂ ਲਿਖ ਦਿੱਤਾ। ਆਦਿ ਗ੍ਰੰਥ ਨੂੰ ਮੁੱਖ ਕਰਕੇ 4 ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲਾ ਪ੍ਰਸਤਾਵਨਾ, ਫਿਰ ਰਾਗਾਂ ਵਿੱਚ ਬਾਣੀ, ਰਾਗਾਂ ਤੋਂ ਬਾਹਰ ਸਲੋਕ, ਸਹਿਸਕ੍ਰਿਤੀ, ਗਾਥਾ, ਫੁਨਹੇ, ਚੌਬੋਲੇ, ਸਵਈਏ ਅਤੇ ਅਖੀਰ ਸਲੋਕ ਵਾਰਾਂ ਤੇ ਵਧੇਕ ਲਿਖ ਕੇ ਮੁੰਦਾਵਣੀ ਪਾ ਦਿੱਤੀ। ਪ੍ਰਸਤਾਵਨਾ ਵਿੱਚ ਹੀ ਪ੍ਰਗਟ ਕਰ ਦਿੱਤਾ ਕਿ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਜਪਣ ਅਤੇ ਉਸ ਨੂੰ ਨਿਰਭੈ, ਸਹਿਜ ਤੇ ਪ੍ਰਗਟ ਤੌਰ ਤੇ ਜਪਣ ਦਾ ਵੱਲ ਹੈ। ਉਸ ਦਰ ਸੋ ਦਰ ਜੋ ਹੋ ਰਿਹਾ ਹੈ ਉਸ ਦੀ ਵਿਆਖਿਆ ਹੈ ਅਤੇ ਉਸ ਦਰ ਸੋਦਰ ਤੱਕ ਪੁੱਜਣ ਦਾ ਢੰਗ ਹੈ। ਨਿਰਾ ਸੁਣ ਕੇ ਨਹੀਂ ਕਰਕੇ ਪੁੱਜਣਾ ਪੈਂਦਾ ਹੈ। ਜਿੱਥੇ ਜੀਵਨ ਜਾਂਚ ਦਾ ਵੱਲ ਹੈ ਅਤੇ ਪੁੱਜੇ ਹੋਏ ਸੱਜਣ ਹੀ ਸਹੇਲੇ ਹਨ। ਸੋਹੇਲੇ ਵਿੱਚ 5 ਸ਼ਬਦ ਹਨ। ਰਾਗ 30 ਵਰਤੇ। 30 ਰਾਗ ਇਹ ਹਨ: ਸਿਰੀ ਰਾਗ, ਮਾਂਝ, ਗੌੜੀ, ਆਸਾ, ਗੁਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬਰਾੜੀ, ਤਲੰਗ, ਸੂਹੀ, ਬਿਲਾਵਲ, ਗੌਡ, ਰਾਮਕਲੀ, ਨਟ ਨਾਰਾਇਣ, ਮਾਲਾ ਗੌੜਾ, ਮਾਰੂ, ਤੁਖਾਰੀ, केदारा, भैरव, बसंत, सारंग, मलार, कानड़ा, कल्याण ते प्रभाती। रागां दी तरतीब भी यही रखी कि जीवन जुगत पाउण दा राह मिल जाए। पहला श्री राग अते अखीर प्रभाती रखिया। गुरु जी संकेत कर रहे सन कि जद गुरु नानक देव जी आए तां गुणां दी शाम पै गई सी। अगों रात लमेरी अते भयानक सी। हथ नूं हथ सुझाई नहीं सी दे रहा। फिर संसार नूं 2 मुख रोगां ने ग्रसिया होया सी। एक रोग पित्त अते दूजा वाऊ। गुरु जी ने देख लिया कि संसार जां कोरा सर्द सी जां क्रोधी गर्म। श्री माया है। माया दे अनेक ही रूप हन। वड्डे 4 काम, दाम, चाम अते साम ही हन। इन्हां नूं फस जगत नाम विसर बैठा है। हर बिन जियो जल बल जा रहा है। श्री राग शाम ਦਾ ਰਾਗ ਹੈ। ਅਤ ਗਰਮੀ ਅਤੇ ਅਤ ਸਰਦੀ ਵਿੱਚ ਗਾਇਆ ਜਾਂਦਾ ਹੈ। ਉਸ ਦਾ ਰੂਪ ਗਹਿਣਿਆਂ ਨਾਲ ਲੱਦੀ ਇਸਤਰੀ ਹੈ। ਮਹਾਰਾਜ ਦਾ ਭਾਵ ਸੀ ਜੋ ਸ਼੍ਰੀ ਰਾਗ ਤੋਂ ਗਾਉਣਾ ਸ਼ੁਰੂ ਕਰੇਗਾ ਜੀਵਨ ਗੁਰਬਾਣੀ ਅਨੁਸਾਰ ਢਾਲੇਗਾ, ਦੀਵਾ ਬਾਲੇਗਾ, ਰੂਹਾਨੀ ਸ਼ੋਲੇ ਮੰਗਾਏਗਾ, ਪ੍ਰਭੂ ਦੀ ਯਾਦ ਵਿਸਰਨ ਨਹੀਂ ਦੇਣ ਲੱਗਾ। ਉਸ ਦੀ ਇਹ ਜੀਵਨ ਰਾਤ ਸਹਿਲੀ ਕੱਟੀ ਜਾਏਗੀ ਅਤੇ ਪ੍ਰਭਾਤ ਚੜ੍ਹ ਜਾਏਗੀ। ਨਾਮ ਪ੍ਰਗਟ ਕਰ ਲਵੇਗਾ जिस दी बरकत नाल सारे संसारी वितकरे मिट जाणगे। फिर पहला गुरु नानक जी दे शब्द, फिर गुरु अमरदास जी दे, फिर गुरु रामदास जी दे, फिर अपने रखे। सिरलेखां विच नां नहीं लिखिया, महला ही पाया जिसदा भाव जामा है, इस्त्री नहीं। क्योंकि अखरी लिखण वेले पहला, तीजा, चौथा ते 5वां लिखिया है। नाल ही यह कहना ठीक नहीं कि 10 गुरु सन। गुरु तां एक ही है, जामे 10 सन। 10 ਦਾ ਹਿੰਦਸਾ ਸੰਪੂਰਨ ਹੁੰਦਾ ਹੈ। ਇਸੇ ਤਰਤੀਬ ਨਾਲ ਸ਼ੰਤ, ਅਸ਼ਟਪਦੀਆਂ ਅਤੇ ਲੰਮੀਆਂ ਬਾਣੀਆਂ ਲਿਖੀਆਂ। ਭਗਤਾਂ ਤੇ ਸਿੱਖਾਂ ਦੀ ਬਾਣੀ ਇਸ ਪਿੱਛੋਂ ਲਿਖੀ ਅਤੇ ਉਹਨਾਂ ਸਭਨਾ ਭਗਤਾਂ ਦੇ ਨਾਮ ਲਿਖੇ। ਭੱਟ ਗਿਣਤੀ ਵਿੱਚ 11 ਸਨ। ਉਹਨਾਂ ਦੇ ਨਾਮ ਇਸ ਪ੍ਰਕਾਰ ਹਨ: ਕਲਸਹਾਰ, ਜਾਲਪ, ਕੀਰਤ, ਭਿੱਖਾ, ਸੱਲ, ਭਲ, ਨਲ, ਗਯੰਦਾ, ਮਥਰਾ, ਬਲ ਅਤੇ ਹਰਬੰਸ। ਅਖੀਰ ਤੇ ਮੁੰਦਾਵਣੀ ਪਾਉਣ ਦਾ ਭਾਵ ਕੋਈ ਮੋਹਰ ਨਹੀਂ ਸੀ, ਸਗੋਂ ਸਦਾ ਆਨੰਦ ਰਹਿਣ ਦਾ ਨੁਕਸਾ ਸੀ। ਉਸ ਦਾ ਨਿਸ਼ਚਾ ਸੀ ਕਿ ਇਹ ਸਦਾ ਅਨੰਤ ਸਤ ਸੰਤੋਖ ਅਤੇ ਅੰਮ੍ਰਿਤ ਨਾਮ ਦੁਆਰਾ ਹਰ ਕਿਸੇ ਨੂੰ ਮਿਲ ਸਕਦਾ ਹੈ। ਜੋ ਇਹਨਾਂ ਵਸਤੂਆਂ ਨੂੰ ਜੀਵਨ ਵਿੱਚ ਰਚਾ ਲਵੇਗਾ, ਫਿਰ ਪਚਾ ਕੇ ਜੀਵਨ ਵਿੱਚ ਵਰਤੇਗਾ, ਉਸ ਦੀ ਕਲਿਆਣ ਜੋ ਜਾਏਗੀ। ਸੰਭਾਲਾਂ, ਕਈ ਸੰਭਾਲਾਂ ਵੀ ਬੀੜ ਬੰਨਣ ਵੇਲੇ ਰੱਖੀਆਂ। ਪਹਿਲੀ ਸੰਭਾਲ ਰਾਗਾਂ ਦੀ ਚੋਣ ਵੇਲੇ ਕੀਤੀ। ਕੋਈ ਭੜਕੀਲਾ ਜਾਂ ਸੋਗਮਈ ਰਾਗ ਨਾ ਵਰਤਿਆ। ਨਾ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਮੇਘ ਨੂੰ ਥਾਂ ਹੈ, ਨਾ ਹੀ ਦੀਪਕ ਨੂੰ। ਸਭ ਕੁਝ ਸਹਿਜ ਛੇਤੀ ਪ੍ਰਾਪਤ ਕਰਨਾ ਹੈ। ਚੂਪੂ ਵੀ ਨਹੀਂ ਬਣਦਾ, ਇਸ ਲਈ ਬਸੰਤ ਦੇ ਠਰਮੇ ਨਾਲ ਹਿੰਡੋਲ ਰਲਾ ਦਿੱਤਾ। ਹਰਕਤ ਰਵੇ, ਹਿੱਲਣ ਜੁਲਣ ਨਾ ਮੁੱਕੇ। ਗੌੜੀ ਨੂੰ ਜਦ ਬਹੁਤ ਹੀ ਗੰਭੀਰ ਦੇਖਿਆ ਤਾਂ ਨਾਲ ਦੀਪਕੀ ਰਲਾ ਦਿੱਤੀ। ਪ੍ਰਚੰਡ ਭਗਤੀ, ਜਜ਼ਬਾਤੀ ਭਗਤੀ,
ਜਾਂ ਪੰਗ ਘੁੰਗਰੂ ਬਾਂਦੇ ਨਾਚ ਦੀ ਤਿੱਖੀ ਭਗਤੀ ਨੂੰ ਇੱਥੇ ਕੋਈ ਥਾਂ ਨਹੀਂ। ਇਹ ਹੀ ਕਾਰਨ ਲੱਗਦਾ ਹੈ ਕਿ ਮੀਰਾ ਚੰਡੀਦਾਸ ਜਾਂ ਚੇਤਨ ਨੂੰ ਇੱਥੇ ਪ੍ਰਵਾਨ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਸਿਮਰਨ ਤੇ ਹੀ ਜ਼ੋਰ ਦਿੱਤਾ ਜੋ ਸਹਿਜ ਸੁਭਾਅ ਹੈ। ਦੂਜੀ ਸੰਭਾਲ ਕਿਸੇ ਰਾਗ ਨੂੰ ਰਾਗਣੀ ਦੇ ਤੌਰ ਤੇ ਨਹੀਂ ਵਰਤਿਆ, ਭਾਵੇਂ ਉਹ ਰਾਗਣੀ ਸੀ, ਪਰ ਆਪ ਜੀ ਨੇ ਰਾਗ ਬਣਾ ਕੇ ਲਿਖਿਆ ਤੇ ਗਾਵਿਆ। ਟੋਡੀ ਰਾਗਣੀ ਹੈ, ਪਰ ਆਪ ਜੀ ਨੇ ਰਾਗ ਹੀ ਲਿਖਿਆ। ਰਾਗਣੀ ਐਸ਼ ਦਾ ਝਲਕਾਰਾ ਦਿੰਦੀ ਹੈ। ਸੰਸਾਰ ਭਰ ਸੁਰਾਂ ਨੂੰ ਐਸ਼ ਲਈ ਹੀ ਵਰਤਦਾ ਸੀ। ਸੁਰ, ਸੁਰਾ, ਇਸਤਰੀ ਤਿੰਨੇ ਹੀ ਐਸ਼ ਲਈ ਵਰਤੇ ਤੇ ਸਮਝੇ ਜਾਂਦੇ ਸਨ। ਗੁਰੂ ਜੀ ਨੇ ਰਾਗ ਲਿਖ ਕੇ ਰਾਗ ਨੂੰ ਰੰਗ ਚਾੜ੍ਹਨ ਲਈ ਵਰਤਿਆ, ਨਾ ਕਿ ਰੰਗਾਂ ਤਮਾਸ਼ਿਆਂ ਦੀ ਖੇਡ। ਤੀਜੀ ਵੱਡੀ ਸੰਭਾਲ ਗੁਰੂ ਗ੍ਰੰਥ ਸਾਹਿਬ ਵਿੱਚ ਹੰਕਾਰ, ਵਿਤਕਰੇ, ਵਰਨ ਆਸ਼ਰਮ, ਜਿਨਸੀ ਭੇਦ, ਇਨਸਾਨੀ ਜੀਵਨ ਦੀ ਬੇਕਦਰੀ ਤੇ ਸੰਨਿਆਸ ਜਾਂ ਬੇਹਰਕਤ ਵਾਲੇ ਖਿਆਲਾਂ ਨੂੰ ਕੋਈ ਥਾਂ ਨਹੀਂ ਦਿੱਤੀ। ਸਾਖੀ ਵੀ ਆਉਂਦੀ ਹੈ ਕਿ ਇਹ ਸੁਣ ਕੇ ਗੁਰੂ ਅਰਜਨ ਦੇਵ ਜੀ ਇੱਕ ਗ੍ਰੰਥ ਸਾਜ ਰਹੇ ਹਨ ਜਿੱਥੇ ਕਈ ਭਗਤ ਵੀ ਸੁਸ਼ੋਭਿਤ ਹੋ ਰਹੇ ਹਨ। 4 ਕਾਹਨਾ ਜੀ, ਛੱਜੂ, ਪੀਲੋ ਜੀ ਅਤੇ ਸ਼ਾਹ ਹੁਸੈਨ ਆਏ। ਮਹਾਰਾਜ ਨੇ ਸਾਰਿਆਂ ਨੂੰ ਆਪਣੀ ਆਪਣੀ ਰਚਨਾ ਸੁਣਾਉਣ ਲਈ ਕਿਹਾ। ਕਾਹਨਾ ਜੀ ਨੇ ਕਿਹਾ, ਮੈਂ ਉਹੀ ਰੇ ਜਾਕੋ ਨਾਰਦ ਸਾਰਦ ਸੇਵੇਂ, ਸੇਵੇ ਦੇਵੀ ਦੇਵਾ ਰੇ, ਬ੍ਰਹਮ ਵਿਸ਼ਨ ਮਹੇਸ਼ ਅਰਾਧਿਆ, ਸਭ ਕਰਦੇ ਜਾਂ ਕੀ ਸੇਵਾ ਰੇ। ਗੁਰੂ ਜੀ ਨੇ ਕਿਹਾ ਕਿ ਇਸ ਵਿੱਚ ਹੰਕਾਰ ਦਾ ਅੰਸ਼ ਹੈ। ਸਾਡਾ ਮਤ ਹੈ, ਹਿਰਦੇ ਬ੍ਰਹਮ ਤੇ ਮੁਖੋ ਦਾਸਨ ਦਾਸਾ, ਅਹ ਬ੍ਰਹਮ ਤੋ ਉਰ ਮਹਿਬਾਸੇ, ਮੁਖ ਤੇ ਕਹੇ ਦਾਸਨ ਦਾਸਾ। ਇਹ ਮਤ ਸਾਡੇ ਨਾਲ ਮੇਲ ਨਹੀਂ ਖਾਂਦਾ। ਵਿਰੋਧੀ ਸ਼ਬਦ ਇੱਕ ਥਾਂ ਰੱਖਣੇ ਉਚਿਤ ਨਹੀਂ। ਇਸ ਨੂੰ ਕਿਧਰੇ ਹੋਰ ਲਿਖਾਵੋ। ਗੁਰੂ ਘਰ ਨਿਮਰਤਾ ਦਾ ਹੈ। ਸ਼ਬਦ ਵਿਰੋਧੀ ਮੱਲੇ ਨਾ ਇੱਕ ਥਲ, ਰੱਖਿਓ ਆਪ ਲਿਖ ਕਿਤ ਥਾਈ। ਮਹਿਮਾ ਪ੍ਰਕਾਸ਼ ਨੇ ਲਿਖਿਆ ਹੈ ਕਿ ਕਾਹਨਾ ਇਤਨੇ ਹੰਕਾਰ ਵਿੱਚ ਸੀ ਕਿ ਆਉਂਦਿਆਂ ਮਹਾਰਾਜ ਦੇ ਮੰਜੇ ਤੇ ਬੈਠ ਗਿਆ ਅਤੇ ਜਦ ਮਹਾਰਾਜ ਨੇ ਬਾਣੀ ਸੁਣਾਉਣ ਲਈ ਕਿਹਾ ਤਾਂ ਬੋਲਿਆ, ਮੈਂ ਕਾਹਨਾ, ਕਾਹਨਾ ਮੇਰੀ ਡੀਠ, ਕਾਹਨਾ ਆਗੇ, ਕਾਹਨਾ ਪੀਠ, ਜਤ ਦੇਖੋ ਤਤ ਕਾਹਨਾ ਭਾਈ, ਮੈਂ ਕਾਹਨਾ ਕਾਹਨਾ ਸਭ ਆਹੀ। ਮਹਾਰਾਜ ਨੇ ਉਸੇ ਸਮੇਂ ਕਹਿ ਦਿੱਤਾ ਕਿ ਐਸੇ ਹੰਕਾਰ ਭਰੇ ਸ਼ਬਦ ਗੁਰੂ ਗ੍ਰੰਥ ਵਿੱਚ ਥਾਂ ਨਹੀਂ ਪਾ ਸਕਦੇ। ਤਬ ਸਤਿਗੁਰ ਸੁਨ ਮੁਖੋਂ ਬਖਾਨੀ, ਯਹ ਲਾਇਕ ਗ੍ਰੰਥ ਨਹੀਂ ਨੰਗੀ ਬਾਣੀ। ਉਹ ਇਹ ਕਹਿੰਦਾ ਗਿਆ ਕਿ ਦੇਖਾਂਗਾ ਉਸਦੀ ਰਚਨਾ ਕਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੁੰਦੀ। ਉਸ ਵੇਲੇ ਵੀ ਮਹਾਰਾਜ ਨੇ ਇਹ ਹੀ ਬਚਨ ਕੀਤਾ ਸੀ, ਹਰ ਜੀ ਹੰਕਾਰ ਨਾ ਭਾਵੀ, ਵੇਦ ਕੂਕ ਸੁਣਾਵੇ। ਕਾਹਨਾ ਲਾਹੌਰ ਸਹੀ ਸਲਾਮਤ ਨਹੀਂ ਸੀ ਪੁੱਜ ਸਕਿਆ ਅਤੇ ਸ਼ਾਹਦਰੇ ਹੀ ਘੋੜੇ ਤੋਂ ਡਿੱਗ ਕੇ ਜਾਨ ਗਵਾ ਬੈਠਾ ਸੀ। ਇਸ ਦੇ ਚਾਚੇ ਪੁੱਤ ਭਰਾ ਚੰਦੂ ਨੇ ਇਹ ਮਾਮਲਾ ਅਕਬਰ ਦੇ ਦਰਬਾਰ ਵਿੱਚ ਉਠਾਇਆ ਸੀ। ਭਗਤ ਛੱਜੇ ਨੂੰ ਜਦ ਰਚਨਾ ਸੁਣਾਉਣ ਲਈ ਕਿਹਾ ਤਾਂ ਉਹ ਬੋਲਿਆ, ਕਾਗਦ ਸੰਧੀ ਪੂਤਲੀ ਤਉ ਨ ਤ੍ਰਿਆ ਨਹਾਰ, ਇਉਂ ਹੀ ਮਾਰ ਲੈ ਜਾਏਗੀ ਜਿਉਂ ਬਲੋਚਾਂ ਦੀ ਧਾੜ। ਗੁਰੂ ਜੀ ਨੇ ਕਿਹਾ, ਇਹ ਗ੍ਰਹਿਸਤ ਵਿੱਚ ਪੰਥ ਚਲਾਇਆ ਹੈ। ਆਪਣੀ ਪਰਾਈ ਇਸਤਰੀ ਦਾ ਵਿਚਾਰ ਕਰਨਾ ਚਾਹੀਦਾ ਹੈ। ਜੋ ਗ੍ਰਹਿਸਤੀ ਕਿਰਤ ਕਰਕੇ ਵੰਡ ਖਾਂਦਾ ਹੈ ਉਹ ਤਾਂ ਜੋਗੀ ਤੋਂ ਵੀ ਉੱਚਾ ਹੈ। ਨਿਜ ਤਨ ਤੇ ਸਮਰ ਕਰੇ ਖਾਟ ਧਨ, ਬਹੁਤ ਬਾਂਟ ਕਰ ਭੋਜਨ ਪਾਏ। ਉਸ ਨੂੰ ਹੋਰ ਕਿਸੇ ਜਤਨ ਦੀ ਲੋੜ ਹੀ ਨਹੀਂ। ਅਵਰ ਜਤਨ ਕੋ ਸਮੋ ਨ ਕਾਈ। ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਨਗਰੀ ਦੇ ਨੇੜੇ ਜੋਗੀ ਰਹਿੰਦਾ ਹੋਵੇ ਅਤੇ ਫਿਰ ਮਿਲ ਕੇ ਮਨ ਵਿਕਾਰੀ ਨਾ ਹੋਵੇ, ਭਲਾ ਤਿਆਗ ਵੀ ਕਰ ਦੇਵੇ, ਫਿਰ ਵੀ ਇਸਤਰੀ ਤਾਂ ਦੇਖੇਗਾ ਹੀ। ਗ੍ਰਹਿਸਤ ਤਜਣਾ ਠੀਕ ਨਹੀਂ। ਪੀਲੋ ਨੇ ਕਿਹਾ, ਪੀਲੋ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮੂਏ, ਉਹਨਾਂ ਚਿੱਕੜ ਪਾਵ ਨਾ ਡੋਬਿਆਂ ਨਾ ਅਲੂਦ ਭਏ। ਮਹਾਰਾਜ ਨੇ ਕਿਹਾ, ਜੰਮਣ ਮਰਨ ਪ੍ਰਵਾਨ ਹੈ, ਹੁਕਮ ਵਿੱਚ ਸੁਖ ਦੁੱਖ ਹੈ ਪੀਲੋ। ਸ਼੍ਰੀ ਕਰਤਾਰ ਕੇਰ ਇਹ ਭਾਣਾ, ਜੰਮਣਾ ਮਰਨਾ ਸੀਸ ਅਸੇਸਾ। ਸ਼ਾਹ ਹੁਸੈਨ ਬੋਲਿਆ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਸੱਜਣਾ ਬੋਲਣ ਦੀ ਜਾਏ ਨਹੀਂ, ਅੰਦਰ ਬਾਹਰ ਹੀਕਾ ਸਾਈ। ਕਿਸ ਨੂੰ ਆਖ ਸੁਣਾਈ, ਇੱਕੋ ਦਿਲਬਰ ਸਭ ਘਟ ਰਵਿਆ, ਦੂਜੀ ਨਹੀਂ ਕਦਾਈ। ਕਹੇ ਹੁਸੈਨ ਫਕੀਰ ਨਿਮਾਣਾ, ਸਤਿਗੁਰ ਤੋਂ ਬਲ ਬਲ ਜਾਈ। ਗੁਰੂ ਜੀ ਨੇ ਬਚਨ ਕੀਤੇ, ਚੁੱਪ ਦੇ ਮੁਕਾਮ ਕਿਵੇਂ ਕੋਈ ਰਹੇ। ਸਾਨੂੰ ਤਾਂ ਫਰਮਾਨ ਹੈ, ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਚੌਥੀ, ਬੋਲੀ ਸੁਗਮ ਸਹਿਲ ਰੱਖੀ ਅਤੇ ਨਿਤ ਵਰਤੇ ਜਾ ਰਹੇ ਬੋਲਾਂ, ਗੀਤਾਂ ਦੀ ਟੇਕ ਤੇ ਉਚਰੀ।
ਸੰਸਾਰ ਨੂੰ ਵਿਲਾਸੀ ਨਿਰਾਸੀ ਜੀਵਨ ਤੋਂ ਹਟਾ ਸਿੱਧੇ ਰਾਹ ਪਾਉਣ ਦਾ ਇੱਕੋ ਇਹ ਹੀ ਵੱਲ ਸੀ। ਘੋੜੀਆਂ, ਅਲਾਉਣੀਆਂ, ਕਰਹਲਾ, ਵਣਜਾਰਾ, ਥਿੱਤੀਵਾਰ, ਬਾਰਾਂਮਾਹ, ਸੁਚੱਜੀ, ਗੁਣਵੰਤੀ, ਕੁਚੱਜੀ, ਲਾਵਾਂ, ਚੁਬੋਲੇ, ਫੁਨਹੇ, ਗਾਥਾ ਰਚ ਕੇ ਬਾਣੀ ਨੂੰ ਨਿੱਤ ਦੇ ਜੀਵਨ ਦਾ ਅੰਗ ਬਣਾ ਦਿੱਤਾ। ਪੰਜਵੀਂ ਸੰਭਾਲ ਸ਼ਬਦਾਂ ਦੀ ਗਿਣਤੀ ਦੇ ਅੰਕੜੇ ਆਪਣੇ ਹੱਥੀਂ ਪਾਏ ਤਾਂ ਕਿ ਕੋਈ ਕਿਸੇ ਥਾਂ ਕਦੇ ਵੀ ਰਲਾ ਨਾ ਪਾ ਸਕੇ। ਇਹਨਾਂ ਅੰਕਾਂ ਨੂੰ ਵਾਚਿਆਂ ਹੀ ਪਤਾ ਲੱਗਦਾ ਹੈ ਕਿ ਕਿਤਨੀ ਕਠਿਨ ਮਿਹਨਤ ਅਤੇ ਘਾਲ ਇਸ ਬੀੜ ਨੂੰ ਬੰਨਣ ਵਿੱਚ ਲੱਗੀ ਸੀ। ਛੇਵੀਂ ਭਗਤ ਬਾਣੀ ਦੀ ਛਾਣਬੀਣ ਕਰਕੇ ਹੀ ਦਰਜ ਕੀਤੀ। ਜਿਵੇਂ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਕਿਤਨੇ ਹੀ ਸ਼ਲੋਕ ਅਤੇ ਦੋਹੇ ਪ੍ਰਚਲਿਤ ਹਨ, ਇਸੇ ਤਰ੍ਹਾਂ ਕਿਤਨੇ ਹੀ ਕਬੀਰ ਜੀ ਅਤੇ ਹੋਰਨਾਂ ਭਗਤਾਂ ਦੇ ਨਾਂ ਤੇ ਚੱਲ ਪਏ। ਰਚਨਾ ਤਾਂ ਹੋਰ ਜ਼ਰੂਰ ਹੋਵੇਗੀ, ਪਰ ਉਸ ਵਿੱਚ ਰਲਾ ਪੈ ਗਿਆ। ਜੋ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਗਈ, ਉਹ ਹੀ ਰਲਗੜ ਤੋਂ ਬਚ ਗਈ। ਹੁਣ ਫਰੀਦ ਜੀ ਦੀ ਬਾਣੀ ਕਿੱਥੋਂ ਲੱਭਣੀ ਸੀ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਾ ਹੁੰਦੀ। ਜੋ ਇੱਥੇ ਦਰਜ ਹੈ ਉਹੀ ਅਸਲ ਹੈ। ਇਸ ਵਿੱਚ ਹੀ ਭਗਤਾਂ ਦੇ ਆਸ਼ੇ, ਜੀਵਨ ਵਿੱਚ ਉੱਨਤੀ ਅਤੇ ਅੱਡ-ਅੱਡ ਤਜਰਬੇ ਅਤੇ ਸਮੇਂ ਦੇ ਭਾਵ ਪ੍ਰਾਪਤੀ ਦੇ ਸਾਰੇ ਰਾਹ ਆ ਗਏ ਸਨ। ਕਿਸੇ ਦਾ ਇਹ ਲਿਖਣਾ ਕਿ ਭਾਈ ਗੁਰਦਾਸ ਜੀ ਦੀ ਤਸੱਲੀ ਲਈ ਭਗਤਾਂ ਦੇ ਦਰਸ਼ਨ ਕਰਾਏ ਜਾਂ ਭਗਤਾਂ ਦੀਆਂ ਰੂਹਾਂ ਆਈਆਂ, ਨਿਰਮੂਲ ਹੈ। ਇਹ ਕਹਿਣ ਲਿਖਣ ਦੀ ਤਾਂ ਲੋੜ ਪਈ ਕਿਉਂਕਿ ਉਹ ਲੋਕੀ ਜਾਣ ਹੀ ਨਹੀਂ ਸਕੇ ਕਿ ਇਹ ਸਾਰਾ ਖਜ਼ਾਨਾ ਗੁਰੂ ਅਰਜਨ ਦੇਵ ਜੀ ਕੋਲ ਕਿਵੇਂ ਆਇਆ। ਪੰਡਿਤ ਤਾਰਾ ਸਿੰਘ ਨਰੋਤਮ ਤਾਂ ਤਗੜੀ ਉਕਾਈ ਖਾ ਗਏ। ਉਸ ਦਾ ਇਹ ਕਹਿਣਾ ਤਾਂ ਬਿਲਕੁਲ ਹੀ ਵਿਅਰਥ ਹੈ कि पूर्व चार गुरु के बचनों सहित अपने बचनों से श्री गुरु अर्जन साहिब ने मुक्ति की इच्छा वाले अधिकारी जनों को ज्ञान के लाभ हेतु जो उपदेश करे हैं। यह कहण दी भी लोड़ तां पई क्योंकि ਉਹ ਸਮਝ ਹੀ ਨਹੀਂ ਸਕੇ ਕਿ ਇਹ ਖਜ਼ਾਨਾ ਗੁਰੂ ਜੀ ਪਾਸ ਹੀ ਸੀ। ਇਸ ਆਦ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸੰਪੂਰਨ ਕਰਦੇ ਤਕਰੀਬਨ 3 ਸਾਲ ਲੱਗੇ। ਉਂਝ ਤਾਂ 500 ਸਾਲ ਤੋਂ ਵੀ ਵੱਧ ਲੱਗੇ ਹਨ। ਬਾਬਾ ਫਰੀਦ ਜੀ 12ਵੀਂ ਸਦੀ ਵਿੱਚ ਹੋਏ ਸਨ ਅਤੇ ਇਹ ਬੀੜ 17ਵੀਂ ਸਦੀ ਦੇ ਆਰੰਭ ਵਿੱਚ ਵੱਜੀ। ਕੁੱਲ ਸ਼ਬਦਾਂ ਅਸ਼ਟਪਦੀਆਂ ਦੀ ਗਿਣਤੀ ਗੁਰ ਵਿਅਕਤੀ ਭਗਤ ਅਤੇ ਭੱਟਾਂ ਅਨੁਸਾਰ ਇਸ ਤਰ੍ਹਾਂ ਹੈ। ਇਹ ਵੇਰਵਾ ਬਾਣੀ ਬਿਉਰਾ ਮੁਤਾਬਿਕ ਦਰਜ ਹੈ। ਗੁਰੂ ਨਾਨਕ ਦੇਵ ਮਹਿਲਾ ਪਹਿਲਾ 976, ਗੁਰੂ ਅੰਗਦ ਦੇਵ ਜੀ ਮਹਿਲਾ ਦੂਜਾ 61, ਗੁਰੂ ਅਮਰਦਾਸ ਜੀ ਮਹਿਲਾ ਤੀਜਾ 901, ਗੁਰੂ ਰਾਮਦਾਸ ਜੀ ਮਹਿਲਾ ਚੌਥਾ 679, ਗੁਰੂ ਅਰਜਨ ਦੇਵ ਜੀ ਮਹਿਲਾ ਪੰਜਵਾਂ 2216। ਕੁੱਲ ਗੁਰੂ ਪਾਤਸ਼ਾਹ ਦੇ ਸ਼ਬਦਾਂ ਦੇ ਜੋੜ 4839। ਭਗਤ ਬਾਣੀ ਭੱਟਾਂ ਅਤੇ ਸਿੱਖਾਂ ਦੀ ਬਾਣੀ ਦਾ ਵੇਰਵਾ ਭਗਤ ਕਬੀਰ ਜੀ 540, ਭਗਤ ਤਰਲੋਚਨ ਜੀ 4, ਭਗਤ ਬੇਣੀ ਜੀ 3, ਭਗਤ ਰਵਿਦਾਸ ਜੀ 41, ਭਗਤ ਨਾਮਦੇਵ ਜੀ 60, ਭਗਤ ਧੰਨਾ ਜੀ 4, ਬਾਬਾ ਫਰੀਦ ਜੀ 122, ਭਗਤ ਜੈਦੇਵ ਜੀ 2, ਭਗਤ ਭੀਖਣ ਜੀ 2, ਭਗਤ ਸੈਨ ਜੀ 1, ਭਗਤ ਪੀਪਾ ਜੀ 1, ਭਗਤ ਸਦਨਾ ਜੀ 1, ਭਗਤ ਰਾਮਾਨੰਦ ਜੀ 1, ਭਗਤ ਪਰਮਾਨੰਦ ਜੀ 1, ਭਗਤ ਸੂਰਦਾਸ ਜੀ 1। ਕੁੱਲ ਜੋੜ 784। ਬਾਬਾ ਸੁੰਦਰ ਜੀ 6, ਸੱਤੇ ਤੇ ਬਲਵੰਡ ਜੀ 8, ਭਾਈ ਮਰਦਾਨਾ ਜੀ 3। ਕੁੱਲ ਜੋੜ 17। ਭੱਟ ਕਲਸਹਾਰ 54, ਭੱਟ ਜਾਲਪ 5, ਭੱਟ ਕੀਰਤ 8, ਭੱਟ ਭਿੱਖੀ 2, ਭੱਟ ਸੱਲ 3, ਭੱਟ ਭੱਲ 1, ਭੱਟ ਨਾਲ 16, ਭੱਟ ਗਿਆੰਦ 13, ਭੱਟ ਮਥੁਰਾ 14, ਭੱਟ ਬਲ 5, ਭੱਟ ਹਰਬੰਸ 2। ਕੁੱਲ ਜੋੜ 123। ਕੁੱਲ ਬਾਣੀ ਦਾ ਜੋੜ 5762। ਇਹ ਸਾਰਾ ਕਾਰਜ ਭਾਦੋਂਵਦੀ ਪਹਿਲੀ ਸੰਮਤ 1671 ਮੁਤਾਬਿਕ ਅਗਸਤ 15, 1604 ਨੂੰ ਸੰਪੂਰਨ ਹੋਇਆ। ਤਤਕਰੇ ਦੇ ਆਰੰਭ ਵਿੱਚ ਇਸ ਤਰ੍ਹਾਂ ਲਿਖਿਆ ਹੈ। ਸੂਚੀ ਪੱਤਰ ਪੋਥੀ ਦਾ ਤਤਕਰਾ ਰਾਗਾਂ ਦਾ ਸੰਮਤ 1661 ਮਿਤੀ ਭਾਦੋਂਵਦੀ ਏਕਮ 1 ਪੋਥੀ ਲਿਖ ਪਹੁੰਚੇ। ਇਸ ਦਾ ਭਾਵ ਸੀ ਕਿ ਸਾਰੀ ਬੀੜ ਦੀ ਲਿਖਾਈ ਮੁਕਾ ਕੇ ਸੰਮਤ 1661 ਭਾਦੋਂਵਦੀ ਪਹਿਲੀ ਨੂੰ ਤਤਕਰਾ ਆਰੰਭ ਕੀਤਾ ਗਿਆ। ਇਸ ਆਦ ਹੱਥ ਲਿਖਤ ਬੀੜ ਦੇ 974 ਪੱਕੇ ਪੱਤਰ ਹਨ। ਤਤਕਰਾ ਦਾ ਕਾਰਜ ਅਤੇ ਜਲਦ ਬੰਨਣ ਦਾ ਕੰਮ 15 ਦਿਨਾਂ ਵਿੱਚ ਮੁੱਕਾ ਅਤੇ ਭਾਦੋਂ ਸੁਦੀ ਪਹਿਲੀ ਸੰਮਤ 1661 30 ਅਗਸਤ 1604 ਨੂੰ ਹਰਮੰਦਰ ਸਾਹਿਬ ਪ੍ਰਕਾਸ਼ ਕੀਤਾ ਗਿਆ। ਜਦ ਬੀੜ ਦੀ
ਲਿਖਾਈ ਮੁਕੰਮਲ ਹੋ ਗਈ ਤਾਂ ਚਾਰੇ ਪਾਸੇ ਮੇਵੜੇ ਭੇਜੇ ਗਏ ਕਿ ਭਾਦੋਂ ਸੁਦੀ ਏਕਮ ਨੂੰ ਇਸ ਬੀੜ ਦਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਕੀਤਾ ਜਾਏਗਾ। ਸੰਗਤਾਂ ਨੇ ਵੀ ਹੀਰਾਂ ਘੱਤ ਦਿੱਤੀਆਂ। ਰਾਮਸਰ ਹੋਏ ਇਕੱਠ ਵਿੱਚ ਜਦ ਬੀੜ ਦਾ ਪ੍ਰਕਾਸ਼ ਕਰਨ ਲਈ ਤਿਆਰੇ ਹੋ ਰਹੇ ਸਨ ਤਾਂ ਗੁਰੂ ਅਰਜਨ ਜੀ ਨੇ ਫਰਮਾਇਆ, ਇਹ ਗੁਰੂ ਗ੍ਰੰਥ ਸੰਸਾਰ ਸਾਗਰ ਤਰਨ ਲਈ ਇੱਕ ਜਹਾਜ਼ ਬਣਾਇਆ ਹੈ। ਜੋ ਚਿੱਤ ਲਗਾ ਕੇ ਪੜ੍ਹੇ ਸੁਣੇ ਅਤੇ ਵਿਚਾਰੇਗਾ ਉਹ ਸੁਕੈਨ ਨਹੀਂ ਤਰ ਜਾਏਗਾ। ਗ੍ਰੰਥ ਜਹਾਜ਼ ਸੁਭੋਜਲ ਕਰੇ ਤਰ ਜਾਤ ਸੁਖੈਨ ਜਿਨ ਚਿੱਤ ਲਾਇਓ। ਫਿਰ ਫਰਮਾਇਆ ਕਿ ਸਤਿਗੁਰ ਦਾ ਸਰੀਰ ਤਾਂ ਹਰ ਸਮੇਂ ਕੋਈ ਦੇਖ ਨਹੀਂ ਸਕਦਾ ਅਤੇ ਨਾ ਹੀ ਰਹਿਣ ਵਾਲਾ ਹੈ। ਗੁਰੂ ਗ੍ਰੰਥ ਹੀ ਗੁਰੂ ਦਾ ਰਿਦਾ ਹੈ ਜੋ ਹਰ ਥਾਂ ਹਰ ਵੇਲੇ ਪਰਖਿਆ ਤੇ ਦੇਖਿਆ ਜਾ ਸਕਦਾ ਹੈ। ਸ਼੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਗ੍ਰੰਥ ਰਿਦਾ ਗੁਰ ਕੋ ਇਹ ਜਾਨੋ ਉੱਤਮ ਹੈ ਸਭ ਕਾਲ ਰਹੇ। ਇਹ ਵੀ ਉੱਤਮ ਕੀਤਾ ਕਿ ਬਾਣੀ ਦਾ ਅਦਬ ਉਹਨਾਂ ਦੇ ਸਰੀਰ ਨਾਲੋਂ ਵੱਧ ਕਰਨਾ। ਮੇਰੇ ਸਰੂਪ ਤੇ ਯਾਤੇ ਹੈ ਦੀਰਘ ਸਾਹਿਬ ਜਾਨ ਅਦਾਇਬ ਕੇ ਹੈ। ਜਦ ਬੀੜ ਰਾਮਸਰ ਆਈ ਤਾਂ ਉਸ ਰਾਤ ਵੀ ਆਪ ਤੇ ਸੰਗਤਾਂ ਭੁੱਜੇ ਸੁੱਤੇ। ਭੂਮ ਸੈਣ ਸਭ ਤਾਹਾਂ ਬਿਰਾਜੇ ਗੁਰੂ ਗ੍ਰੰਥ ਮੰਜੀ ਪਰ ਰਾਜੇ। ਇਹ ਵੀ ਹਦਾਇਤ ਕੀਤੀ ਕਿ ਕੋਈ ਇਸ ਦੇ ਕਿਸੇ ਸ਼ਬਦ ਅੱਖਰ ਲਾ ਮਾਤਰਾ ਨੂੰ ਵੀ ਘੱਟ ਕਰਨ ਦੀ ਕੋਸ਼ਿਸ਼ ਜਾਂ ਜੁਰਤ ਨਾ ਕਰੇ। ਕਰਨ ਵਾਲਾ ਮੂਰਖਤਾਈ ਤਾਂ ਕਰੇਗਾ ਹੀ ਸਗੋਂ ਪਛਤਾਏਗਾ ਵੀ। ਆਪ ਤੇ ਘਾਟ ਨਾ ਬਾਦ ਕਰੇ ਜੀ ਕਰੇ ਹੋਏ ਮੂਰਖ ਸੋ ਪਛਤਾਈ। ਇਹ ਵੀ ਚੰਗੀ ਤਰ੍ਹਾਂ ਗ੍ਰਹਿਣ ਕਰ ਲੈਣਾ ਚਾਹੀਦਾ ਹੈ ਕਿ ਨਾਮ ਤੇ ਨਾਮੀ ਵਿੱਚ ਕੋਈ ਅੰਤਰ ਨਹੀਂ। ਇਸੇ ਵਿੱਚੋਂ ਕਰਤਾਰ ਦੇ ਦਰਸ਼ਨ ਹੋਣਗੇ। ਨਾਮ ਸੁਨਾਮੀ ਕੋ ਭੇਦ ਨਹੀਂ। ਇਹ ਮੂਰਤ ਸ਼੍ਰੀ ਕਰਤਾਰ ਸੁਹਾਏ। ਹਰ ਸਮੇਂ ਇਸ ਦਾ ਹੀ ਸਹਾਰਾ ਲੈਣਾ, ਭਾਵੇਂ ਖੁਸ਼ੀ ਹੋਵੇ ਭਾਵੇਂ ਗਮੀ। ਇਸੇ ਦਾ ਪਾਠ ਸੁਣ ਕੇ ਸ਼ੁਕਰ ਦੇ ਘਰ ਆਉਣਾ। ਕਾਰਜ ਹੋਏ ਸੰਪੂਰਨ ਬਾਂਛਤ ਪਾਠ ਕਰੋ ਕਿ ਕਰਾਵੋਗੇ। ਸਿੱਖ ਸਰੀਰ ਤਜੇ ਤਿਸ ਪਿੱਛੇ ਗ੍ਰੰਥ ਕੋ ਪਾਠ ਕਰਾਵੋਗੇ। ਸਭ ਤੋਂ ਵੱਡੀ ਸੋਚ ਜੋ ਗੁਰੂ ਅਰਜਨ ਦੇਵ ਜੀ ਨੂੰ ਗ੍ਰਸੀ ਬੈਠੀ ਸੀ ਉਹ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਲਈ ਗ੍ਰੰਥੀ ਕਿਸ ਨੂੰ ਥਾਪਿਆ ਜਾਏ। ਸਭ ਸੰਗਤਾਂ ਸੌਂ ਗਈਆਂ ਪਰ ਆਪ ਜੀ ਇਸੇ ਸੋਚ ਵਿੱਚ ਜਾਗ ਰਹੇ ਸਨ। ਨਿਰਣਾ ਲਿਆ ਕਿ ਗ੍ਰੰਥੀ ਉਹ ਹੀ ਹੋਵੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਜੀਵਤ ਨਮੂਨਾ ਹੋਵੇ। ਸਾਰੀ ਵਿਚਾਰ ਇੱਥੇ ਆ ਕੇ ਟਿਕੀ ਕਿ ਬਾਬਾ ਬੁੱਢਾ ਜੀ ਹੀ ਐਸੇ ਹਨ ਜਿਨ੍ਹਾਂ ਨੇ ਬਾਣੀ ਜੀਵੀ ਹੈ। ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਸ਼ਬਦਾਂ ਵਿੱਚ ਨਿਜ ਨਿਜ ਆਸਨ ਸਭ ਹੀ ਬੈਠੇ ਦਇਆ ਸਿੱਧ ਮਨ ਐਸੀ ਪੈਠੇ। ਨਿਜ ਮਨ ਇਹ ਵਿਚਾਰਤ ਭਏ ਗੁਰੂ ਗ੍ਰੰਥ ਸੇਵਕ ਕਹਿ ਕਹੇ। ਦੋਹਰਾ ਕਰਤ ਵਿਚਾਰ ਇਹ ਠਹਿਰਾਈ ਬੁੱਢਾ ਜੀ ਸੇਵਾ ਨਿਪਨਾਈ। ਗੁਰੂ ਨਾਨਕ ਇਨ ਦਰਸ਼ਨ ਕਰੇ ਸੇਵਾ ਮੇ ਅਤਹਿਤ ਇਹ ਧਰੀ। ਸੋ ਸਵੇਰ ਹੁੰਦੇ ਹੀ ਬੁੱਢਾ ਕੋ ਸ਼੍ਰੀ ਗੁਰੂ ਕਹਾ ਸੀਸ ਆਪਣੇ ਧਾਰ। ਗੁਰੂ ਗ੍ਰੰਥ ਜੀ ਪ੍ਰੇਮ ਸੇ ਮਨ ਮੇ ਸਤ ਵਿਚਾਰ। ਫਿਰ ਆਗਿਆ ਕੀਤੀ ਕਿ ਬੁੱਢਾ ਸਾਹਿਬ ਜੀ ਆਪਣੇ ਸੀਸ ਤੇ ਰੱਖ ਕੇ ਇਸ ਬੀੜ ਨੂੰ ਲੈ ਚੱਲਣ। ਚੌਰ ਆਪ ਜੀ ਨੇ ਆਪਣੇ ਹੱਥੀ ਰੱਖਿਆ। ਬੁੱਢਾ ਨਿਜ ਸਿਰ ਪਰ ਧਰ ਗ੍ਰੰਥ ਆਗੇ ਚੱਲੋ ਸੁਧਾਸਰ ਪੰਥ। ਕੀਰਤਨ ਕਰਦੇ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਪੁੱਜੀਆਂ। ਉਹ ਨਜ਼ਾਰਾ ਦੇਵਤਿਆਂ ਦੇ ਦੇਖਣ ਯੋਗ ਸੀ। ਹਰ ਕੋਈ ਸ਼ਰਧਾ ਦੀ ਮੂਰਤ ਦਿਖਾਈ ਦੇ ਰਿਹਾ ਸੀ। ਹਰਿਮੰਦਰ ਸਾਹਿਬ ਬੀੜ ਨੂੰ ਸਜੇ ਹੋਏ ਤਖਤ ਤੇ ਟਿਕਾਇਆ ਗਿਆ ਅਤੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਵਾਕ ਲੈਣ ਲਈ ਕਿਹਾ। ਵਾਕ ਸੀ ਸੋਰਠ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਸਾਰਾ ਦਿਨ ਸੰਗਤਾਂ ਦਰਸ਼ਨ ਕਰਦੀਆਂ ਰਹੀਆਂ। ਜਦ ਰਾਤ ਹੋਈ ਤਾਂ ਬਾਬਾ ਬੁੱਢਾ ਜੀ ਨੇ ਪੁੱਛਿਆ ਕਿ ਗੁਰੂ ਗ੍ਰੰਥ ਜੀ ਨੂੰ ਰਹਿਣ ਕਿੱਥੇ ਵਿਸਰਾਮ ਕਰਾਉਣਾ ਹੈ। ਮਹਾਰਾਜ ਨੇ ਹੁਕਮ ਦਿੱਤਾ ਜਿਸ ਕੋਠਰੀ ਰਹਿਣ ਹਮਾਰਾ ਤਹਾਂ ਨਿਵਾਸ ਕਰੋ ਜੁਤਮਾਨ। ਉੱਥੇ ਮਾਨ ਨਾ ਟਿਕਾਵੋ ਜਿੱਥੇ ਉਹ ਵਿਸ਼ਰਾਮ ਕਰਦੇ ਹਨ। ਭਾਈ ਜੀ ਦਾ ਕੁਦਰਤੀ ਸਵਾਲ ਸੀ ਕਿ ਆਪ ਜੀ ਦਾ ਆਸਣ ਕਿੱਥੇ ਕਰਨਾ ਹੈ ਤਾਂ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਪਾਸ ਜ਼ਮੀਨ ਤੇ ਬਿਸਤਰਾ ਵਿਛਾ ਦਿਓ। ਸ਼੍ਰੀ ਗੁਰੂ ਭਲਤ ਨਿਕਟ ਅਸੀਨੋ। ਗੁਰੂ ਨਾਨਕ ਸਾਹਿਬ ਦਾ ਵਾਕ ਲੈ ਕੇ ਉਸੇ ਸ਼ਾਨ ਨਾਲ ਜਿਸ ਆਦਰ ਨਾਲ ਪ੍ਰਕਾਸ਼ ਕੀਤਾ ਸੀ ਚਵਰ ਕਰਦੇ ਆਪਣੇ ਨਿਜ ਅਸਥਾਨ ਨਿਵਾਸ ਕਰਾਇਆ ਅਤੇ ਆਪ ਜੀ ਭੁੰਜੇ ਹੀ ਸੌਂ ਗਏ। ਫਿਰ ਬਾਕੀ ਸਾਰੀ ਹਯਾਤੀ ਆਪ ਜੀ ਨੇ ਵਿਸਰਾਮ ਉੱਥੇ ਹੀ ਭੁੰਜੇ ਕੀਤਾ। ਸਾਡੇ ਲਈ ਪੂਰਨੇ ਪਾਏ ਕਿ ਗੁਰੂ ਗ੍ਰੰਥ ਸਾਹਿਬ ਦੀ ਜ਼ਿੰਮੇਵਾਰੀ ਕਿਵੇਂ ਉਠਾਉਣੀ ਹੈ। ਆਦਰ ਕਰਨ ਦੀ ਜਾਂਚ ਸਾਨੂੰ
ਸਿਖਾ ਰਹੇ ਸਨ। ਗੁਰੂ ਹਰ ਰਾਏ ਜੀ ਨੇ ਤਾਂ ਸਪਸ਼ਟ ਹੁਕਮ ਦਿੱਤਾ ਸੀ, ਜਿਸ ਪੈ ਬਾਣੀ ਆਦਰ ਨਾ ਧਾਰਾ, ਸੋ ਸਿੱਖ ਜਾਨੋ ਨਹੀਂ ਹਮਾਰਾ। ਗੁਰੂ ਗ੍ਰੰਥ ਸਾਹਿਬ ਇੱਕ ਐਸਾ ਰੂਹਾਨੀ ਥਾਲ ਗੁਰੂ ਅਰਜਨ ਜੀ ਨੇ ਪਰੋਸਿਆ ਹੈ, ਜਿਸ ਵਿੱਚ ਜੀਵਨ ਪਦਵੀ ਪਾਉਣ ਦੀ ਜੁਗਤੀ ਹੈ। ਇਸ ਵਿੱਚ ਸਿਆਸੀ, ਆਰਥਿਕ, ਸਮਾਜਿਕ, ਧਾਰਮਿਕ, ਪਰਮਾਰਥਕ, ਵਿਦਿਅਕ ਅਤੇ ਹਰ ਇਨਸਾਨੀ ਮਸਲੇ ਦਾ ਹੱਲ ਹੈ। ਹਰ ਕੇ ਦੁਆਰੇ ਜੋ ਹੋਏ ਬਤੀਤੇ ਉਸ ਦਾ ਸਿੱਧਾ ਵਰਣਨ ਹੈ। ਸੋ ਦਰ ਜੋ ਸੋ ਪੁਰਖ ਬੈਠਾ ਕਰ ਰਿਹਾ ਹੈ, ਉਸ ਦੀ ਝਲਕ ਹੈ। ਕਿਰਪਾ ਜਾਂ ਨਦਰ ਹੀ ਛੁਟਕਾਰੇ ਦਾ ਰਾਹ ਹੈ। ਕਿਰਪਾ ਇਹ ਹੀ ਹੈ ਕਿ ਵਾਹਿਗੁਰੂ ਨਾਮ ਸਿਮਰਨ, ਗੁਰਭਗਤੀ ਅਤੇ ਸੇਵਾ ਵਿੱਚ ਲਗਾ ਦਿੰਦਾ ਹੈ। ਬਾਣੀ ਵਿਚਾਰ ਵਿੱਚੋਂ ਨਾਮ ਦੀ ਸੂਝ ਪੈਦਾ ਹੁੰਦੀ ਹੈ। ਨਾਮ ਪ੍ਰਗਟ ਹੋ ਜਾਏ ਤਾਂ ਜੀਵਨ ਰਸਮਈ ਹੋ ਜਾਂਦਾ ਹੈ। ਫਿਰ ਉਹ ਕਿਸੇ ਕਰਮ ਕਾਂਡ ਵਿੱਚ ਨਹੀਂ ਫਸਦਾ। ਨਾਮੀ ਪੁਰਸ਼ ਬ੍ਰਾਹਮਣਵਾਦ, ਮਾਇਆਧਾਰੀ ਸੁਭਾਅ, ਮਾਇਆ ਦੀ ਪਕੜ, ਸ਼ਰ੍ਹਾ, ਜਾਤ ਪਾਤ, ਜਿਨਸੀ ਭੇਦ, ਊਚ ਨੀਚ, ਰੰਗ ਨਸਲ ਤੋਂ ਉੱਚਾ ਹੋ ਜਾਂਦਾ ਹੈ। ਇਹ ਹੀ ਨਿਰਾਲੀ ਭਗਤੀ ਹੈ ਜਿਸ ਦਾ ਇਸ਼ਾਰਾ ਗੁਰੂ ਅਮਰਦਾਸ ਜੀ ਨੇ ਕੀਤਾ। ਉਹਨਾਂ ਦੇ ਬਚਨ ਹਨ, ਆਪ ਬਸੰਤ ਜਗਤ ਸਭ ਵਾੜੀ, ਨਾਨਕ ਪੂਰੇ ਭਾਗ ਭਗਤ ਨਿਰਾਲੀ। ਪਵਿੱਤਰਤਾ ਅਤੇ ਰੂਹਾਨੀ ਔਜ ਦੇ ਨੁਕਤੇ ਤੋਂ ਤਾਂ ਦੁਨੀਆ ਦੇ ਧਰਮਾਂ ਵਿੱਚ ਇੱਕ ਮਹਾਨ ਉੱਚਾ ਦਰਜਾ ਹੈ ਹੀ, ਪਰ ਸਾਹਿਤਿਕ ਜਗਤ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਚੋਟੀ ਦਾ ਹੈ। ਗ੍ਰੀਨਲੀਜ਼ ਨੇ ਦੀ ਗੋਸਪਲ ਆਫ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸੋਹਣਾ ਲਿਖਿਆ ਹੈ ਕਿ ਬਾਣੀ ਧੁਰ ਅੰਦਰੋਂ ਅਨੁਭਵ ਤੋਂ ਪ੍ਰਕਾਸ਼ਦੀ ਹੈ। ਇਸ ਦਾ ਪੜ੍ਹੇ ਸੁਣੇ ਨਾਲ ਕੋਈ ਸੰਬੰਧ ਨਹੀਂ। ਦੁਨੀਆ ਦੀਆਂ ਧਰਮ ਪੁਸਤਕਾਂ ਵਿੱਚੋਂ ਸ਼ਾਇਦ ਹੀ ਕਿਸੇ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਲ ਸਾਹਿਤਿਕ ਖੂਬਸੂਰਤੀ ਅਤੇ ਲਗਾਤਾਰ ਅਨੁਭਵੀ ਗਿਆਨ ਦੀ ਉਚਤਾ ਹੋਵੇ। ਗੁਰੂ ਗ੍ਰੰਥ ਦੀ ਬੋਲੀ ਸਹਿਲੀ ਅਤੇ ਸੁਗਮ ਹੈ। ਟਰੰਪ ਗੁਰੂ ਗ੍ਰੰਥ ਸਾਹਿਬ ਨੂੰ ਭਾਰਤੀ ਭਾਖਾਵਾਂ ਦਾ ਖਜ਼ਾਨਾ ਕਹਿੰਦਾ ਹੈ। ਇੱਥੇ ਪ੍ਰੀਤਮ ਦੀ ਬਿਰਹੋਂ, ਬੰਬੀਹੇ ਦੀ ਸਾਧ, ਨਵ ਵਿਆਹੀ ਦੀਆਂ ਜੋਬਨ ਉਮੰਗਾਂ, ਰੁੱਤਾਂ ਦੀ ਰੰਗੀਲੀ ਸ਼ੈਬਰ, ਕੁਦਰਤ ਦਾ ਅਨੁਭਵ ਦ੍ਰਿਸ਼, ਭਗਤਾਂ ਦੀ ਤੜਪ, ਭਿੰਨੜੀ ਰੈਣ, ਗੁਰਦਰਸ਼ਨਾਂ ਦੀ ਝਲਕ, ਮਿਥਿਹਾਸਿਕ ਗਾਥਾ ਅਤੇ ਉਹਨਾਂ ਦੀ ਵਰਤੋਂ ਦੇ ਕਈ ਰੰਗ ਮਿਲਦੇ ਹਨ। ਮੈਕਾਲਫ ਦੇ ਸ਼ਬਦਾਂ ਵਿੱਚ ਹੁਨਾਲੇ ਦੀ ਗਰਮੀ, ਸਿਆਲੇ ਦੇ ਕੱਕਰ, ਆਕਾਸ਼ ਦੀ ਜਲਾਲੀ ਸੁੰਦਰਤਾ, ਪਿੰਡਾਂ ਦੇ ਵਸਨੀਕਾਂ ਦੇ ਦੁੱਖਾਂ, ਸਿੱਖਾਂ ਵਿੱਚ ਗੁਰੂ ਜੀ ਨੂੰ ਕਰਤਾ ਪੁਰਖ ਦੇ ਨਾਮ ਦਾ ਸੁਨੇਹਾ ਪ੍ਰਤੱਖ ਦਿਸਦਾ ਸੀ ਅਤੇ ਉਸ ਦਾ ਚਾਉ ਭਰਿਆ ਉਚਾਰ ਇੱਥੇ ਦੇਖਿਆ ਜਾ ਸਕਦਾ ਹੈ। ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਬਹੁਤ ਸੋਹਣਾ ਕਿਹਾ ਸੀ ਕਿ ਜੇ ਇਸ ਬਾਣੀ ਨੂੰ ਕੋਈ ਗੁਰੂ ਮਨ ਨਾ ਵੀ ਪੜ੍ਹਦਾ ਹੋਵੇ, ਉਸ ਨੂੰ ਇਸ ਦੇ ਸਾਹਿਤਿਕ ਸੁਆਦ ਅੱਗੇ ਸਿਰ ਝੁਕਾਉਣਾ ਹੀ ਪਵੇਗਾ ਅਤੇ ਇਸ ਨੂੰ ਗੁਰੂ ਮੰਨਣਾ ਹੋਵੇਗਾ। ਫਿਰ ਇਹ ਪਹਿਲਾ ਗ੍ਰੰਥ ਹੈ ਜਿਸ ਵਿੱਚ ਦੇਸ਼ਾਂ ਨਸਲਾਂ ਦੀਆਂ ਸਾਰੀਆਂ ਵਿਥਾਂ ਨੂੰ ਮੇਟ ਕੇ ਹਰ ਹਿੰਦੂ, ਮੁਸਲਮਾਨ ਅਤੇ ਅਖੌਤੀ ਅਛੂਤਾਂ ਦੇ ਪਾਵਨ ਰੂਹਾਨੀ ਬਚਨਾਂ ਨੂੰ ਇਕੱਤਰਿਤ ਕਰਕੇ ਇਹੋ ਜਿਹਾ ਸਤਿਕਾਰ ਦਿੱਤਾ ਹੈ। ਅਕਬਰ ਨੇ ਇਸ ਦਾ ਸਨਮਾਨ ਕਰਦੇ ਹੋਏ ਇਸ ਅੱਗੇ ਮਹਾਨ, ਪਾਵਨ ਅਤੇ ਵੱਖ-ਵੱਖ ਖਿਆਲਾਂ ਦੇ ਮੇਲ ਵਾਲਾ ਗ੍ਰੰਥ ਮੰਨ ਕੇ ਸਿਰ ਝੁਕਾਇਆ ਸੀ। ਭਾਈ ਵੀਰ ਸਿੰਘ ਨੇ ਹਵਾਲਾ ਦਿੱਤਾ ਹੈ ਕਿ ਡਾਕਟਰ ਚੌਧਰੀ ਖੁਦਾਦਾਦ ਕਿਹਾ ਕਰਦੇ ਸਨ ਕਿ ਹਰ ਇੱਕ ਮਹਜਬ ਦਾ ਟਾਕਰਵਾਂ ਮੁਤਾਲਿਆ ਕਰਨ ਦਾ ਅਸੂਲ ਗੁਰੂ ਸਾਹਿਬ ਨੇ ਹੀ ਆਰੰਭ ਕੀਤਾ ਸੀ। ਉਹਨਾਂ ਦੀ ਇਸੇ ਸਿੱਖਿਆ ਤੋਂ ਫਜ਼ਲ ਪ੍ਰਭਾਵਿਤ ਹੋਇਆ ਜਿਸ ਦੀ ਸੋਹਬਤ ਨੇ ਅਕਬਰ ਨੂੰ ਇਹ ਰੰਗਣ ਚਾੜੀ ਸੀ। ਮਕਾਲਫ ਦਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਹੋਰ ਪੱਖੋਂ ਵੀ ਹੈ। ਸੰਸਾਰ ਦੇ ਜੋ ਵੱਡੇ ਵੱਡੇ ਧਰਮਾਂ ਦੇ ਆਗੂ ਹੋਏ ਹਨ, ਉਹਨਾਂ ਵਿੱਚੋਂ ਕੋਈ ਵੀ ਆਪਣੀ ਲਿਖੀ ਹੋਈ ਇੱਕ ਪੰਕਤੀ ਵੀ ਪਿੱਛੇ ਨਹੀਂ ਛੱਡ ਗਿਆ। ਜੋ ਕੁਝ ਉਹਨਾਂ ਪ੍ਰਚਾਰਿਆ ਉਸ ਦਾ ਪਤਾ ਸਾਨੂੰ ਜਾਂ ਤਾਂ ਪ੍ਰਚਲਿਤ ਰਵਾਇਤਾਂ ਤੋਂ ਲੱਗਿਆ ਜਾਂ ਹੋਰਨਾਂ ਦੀਆਂ ਲਿਖਤਾਂ ਤੋਂ। ਫੋਸਾਗੋਰਸ ਨੇ ਜੋ ਆਪਣਾ ਸਿਧਾਂਤ ਲਿਖਿਆ ਉਹ ਸਾਡੇ ਤੱਕ ਨਹੀਂ ਪੁੱਜਾ। ਸ਼ੁਕਰਾਤ ਦਾ ਪਤਾ ਕੇਵਲ ਅਫਲਾਤੂਨ ਅਤੇ ਜੋਨੋਫਰ ਦੀਆਂ ਲਿਖਤਾਂ ਤੋਂ ਹੀ ਲੱਗਿਆ। ਬੁੱਧ ਆਪਣੀ ਸਿੱਖਿਆ ਦੀ ਯਾਦ ਆਪਣੀ ਕਿਸੇ ਵੀ ਲਿਖਤ ਵਿੱਚ ਨਹੀਂ ਛੱਡ ਗਿਆ। ਪੱਛਮੀ ਲੋਕ ਜਿਸ ਨੂੰ ਕਨਫਿਊਸ਼ਿਸ ਕਹਿੰਦੇ ਹਨ, ਆਪਣੇ ਪਿੱਛੇ ਆਪਣੇ ਸਮਾਜਿਕ ਅਤੇ ਇਖਲਾਕੀ ਸਿਧਾਂਤਾਂ ਬਾਰੇ ਕੋਈ ਲਿਖਤ ਨਹੀਂ ਛੱਡ ਗਿਆ। ਈਸਾਈ ਮਤ ਦੇ ਬਾਨੀ ਨੇ ਵੀ ਆਪਣੇ ਸਿਧਾਂਤਾਂ ਨੂੰ ਕਿਸੇ ਲਿਖਤੀ ਰੂਪ ਵਿੱਚ ਪੇਸ਼ ਨਹੀਂ ਕੀਤਾ। ਉਹਨਾਂ ਸੰਬੰਧੀ ਵੀ ਮੈਥਿਊ, ਲੂਕਾ, ਜੋਨ ਆਦਿ ਦੀਆਂ ਲਿਖਤਾਂ ਤੇ ਹੀ ਭਰੋਸਾ ਕਰਨਾ ਪੈਂਦਾ ਹੈ। ਅਰਬ ਦੇ ਪੈਗੰਬਰ ਮੁਹੰਮਦ ਨੇ ਵੀ ਕੁਰਾਨ ਦੇ ਸਪਾਰਿਆਂ ਨੂੰ ਆਪਣੀ ਕਲਮ ਨਾਲ ਨਹੀਂ ਲਿਖਿਆ, ਸਗੋਂ ਉਹਨਾਂ ਨੂੰ ਖਲੀਫਿਆਂ ਜਾਂ ਨਾਮ ਲੇਵਿਆਂ ਨੇ ਹੀ ਲਿਖਿਆ ਜਾਂ ਇਕੱਠਾ ਕੀਤਾ। ਪਰ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਉਹਨਾਂ ਦੀ ਆਪਣੀ ਹੱਥੀਂ ਲਿਖੀ ਅਤੇ ਸੰਭਾਲੀ ਹੋਈ ਮਿਲਦੀ ਹੈ। ਜੋ ਕੁਝ ਉਪਦੇਸ਼ ਉਹਨਾਂ ਦਿੱਤੇ, ਉਹਨਾਂ ਦਾ ਪਤਾ ਉਹਨਾਂ ਦੀਆਂ ਆਪਣੀਆਂ ਲਿਖਤਾਂ ਤੋਂ ਲੱਗਦਾ ਹੈ। ਹੋਰ ਸੰਸਾਰ ਦੇ ਅੰਨ ਧਾਰਮਿਕ ਗ੍ਰੰਥ ਅੰਧ ਵਿਸ਼ਵਾਸ ਯੁੱਗ ਦੇ ਬੇਜਾਨ ਕਰਮਕਾਂਡ ਦੇ ਫਾਲਤੂ ਕਿਸੇ ਕਹਾਣੀਆਂ ਨਾਲ ਭਰੇ ਹੋਏ ਹਨ।
ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜੀਵਨ ਸਿਧਾਂਤਾਂ ਤੇ ਵਿਚਾਰ ਕੀਤੀ ਗਈ ਹੈ। ਸੱਚੀ ਗੱਲ ਤਾਂ ਇਹ ਹੈ, ਜਿਉਂ-ਜਿਉਂ ਸਾਇੰਸ ਅੱਗੇ ਵਧ ਰਹੀ ਹੈ, ਗੁਰਬਾਣੀ ਦੀਆਂ ਤੁਕਾਂ ਦੇ ਅਰਥ ਸਮਝ ਗੋਚਰੇ ਹੋ ਰਹੇ ਹਨ। ਪਹਿਲਾਂ ਪਾਣੀ ਜੀਓ ਹੈ, ਮਸ ਕਰ ਸੂਰ ਸਮਾਵੇ ਅਤੇ ਪਰਮਾਣੂ ਪਰਜੰਤ ਆਕਾਸ਼ ਹੈ। ਇਸ ਗੁਰੂ ਗ੍ਰੰਥ ਰਾਹੀਂ ਜੀਵਨ ਨਜ਼ਰੀਆ ਕੀ ਰੱਖਿਆ ਜਾਏ, ਇਸ ਦਾ ਗਿਆਨ ਮਿਲਦਾ ਹੈ। ਇੱਥੇ ਨਿਰੀ ਦਿਮਾਗੀ ਉਧੇੜ-ਬੁਣ ਨਹੀਂ ਹੈ, ਕਿੱਸਾ ਕਹਾਣੀਆਂ ਨਹੀਂ ਹਨ, ਨਾ ਹੀ ਅੰਧ ਵਿਸ਼ਵਾਸੀ ਕਰਮਾਂ ਦੀ ਪ੍ਰੇਰਨਾ ਹੈ, ਨਾ ਜੋਗੀਆਂ ਵਾਂਗ ਸਿੱਖਿਆ ਅੰਤਰਮੁਖੀ ਹੈ ਅਤੇ ਨਾ ਹੀ ਪਦਾਰਥਵਾਦੀਆਂ ਵਾਂਗ ਬਾਹਰਮੁਖੀ। ਪ੍ਰਵਿਰਤੀ ਨਿਰਵਿਰਤੀ ਦੋਵਾਂ ਨੂੰ ਹਾਠਾ ਕਿਹਾ ਹੈ। ਅਸਲ ਰਹਿਬਰੀ ਧਰਮ ਨੇ ਹੀ ਦੇਣੀ ਹੈ। ਗੁਰੂ ਗ੍ਰੰਥ ਸਾਹਿਬ ਦਾ ਸਮੁੱਚਾ ਮਜ਼ਮੂਨ ਹੈ ਸੱਚ ਦਾ ਸਹੀ ਰੂਪ, ਸੱਚ ਦੀ ਪ੍ਰਾਪਤੀ ਦੇ ਸਾਧਨ, ਜਿਨ੍ਹਾਂ ਸੱਚ ਨੂੰ ਪ੍ਰਾਪਤ ਕਰ ਲਿਆ ਅਤੇ ਜਿਨ੍ਹਾਂ ਪ੍ਰਾਪਤ ਨਹੀਂ ਕੀਤਾ। ਇਹਨਾਂ ਦੋਹਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ। ਸੰਕੋਚਵੇਂ ਢੰਗ ਨਾਲ ਕਿਹਾ ਜਾ ਸਕਦਾ ਹੈ ਕਿ ਇੱਥੇ ਇੱਕ ਅਤੇ ਪਸਾਰੋ ਦੋਵਾਂ ਦਾ ਸਮਤੋਲ ਕਿਵੇਂ ਰੱਖਣਾ ਹੈ, ਉਸ ਦਾ ਵੱਲ ਹੈ। ਗੁਰੂ ਗ੍ਰੰਥ ਸਾਹਿਬ ਦਾ ਆਰੰਭ ਇੱਕ ਤੋਂ ਹੈ ਅਤੇ ਮੁੰਦਾਵਣੀ ਦਾ ਆਖਰੀ ਸ਼ਬਦ ਪਸਾਰੋ ਹੈ। ਪਸਾਰੇ ਨੂੰ ਵੀ ਨਹੀਂ ਛੱਡਣਾ ਅਤੇ ਇੱਕ ਨੂੰ ਵੀ ਨਹੀਂ ਤਿਆਗਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀਵਨ ਰੌਂ ਹੈ। ਟਾਇਨਬੀ ਨੇ ਠੀਕ ਕਿਹਾ ਹੈ, ਜਦੋਂ ਵੀ ਕਦੇ ਧਰਮਾਂ ਦੀ ਮਹਾਸਭਾ ਹੋਈ, ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਬੜੇ ਗੌਰ ਨਾਲ ਸੁਣੀ ਜਾਏਗੀ। ਅਤੇ ਡਾਕਟਰ ਰਾਧਾ ਕ੍ਰਿਸ਼ਨ ਨੇ ਕਿਹਾ ਕਿ ਜਦ ਵੀ ਇਹ ਬਾਣੀ ਗੂੰਜੀ, ਸਾਗਰਾਂ ਦੀਆਂ ਵਿੱਥਾਂ ਅਤੇ ਪਹਾੜਾਂ ਦੀਆਂ ਰੋਕਾਂ ਇਸ ਅੱਗੇ ਮੁੱਕ ਜਾਣਗੀਆਂ। ਪਰਲ ਐਸ ਬੈਂਕ ਨੇ ਵੀ ਇਹੀ ਕਿਹਾ ਕਿ ਜਦ ਵੀ ਕਿਸੇ ਉਸ ਤੇ ਮਾਯੂਸੀ ਦੀ ਲਹਿਰ ਭਾਰੀ ਹੁੰਦੀ ਹੈ, ਇਸ ਗੁਰੂ ਗ੍ਰੰਥ ਦੀ ਬਾਣੀ ਉਤਸ਼ਾਹ ਹੋ ਨਿਬੜਦੀ ਹੈ। ਗੁਰੂ ਅਰਜਨ ਦੇਵ ਜੀ ਨੇ ਇਸੇ ਵਿਸ਼ਵਾਸ ਨਾਲ ਕਿਹਾ ਸੀ ਕਿ ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖ ਉਤਾਰਿਓ, ਤਨ ਮਨ ਹਰਿਆ ਇਸ ਦੇ ਖਾਣ ਅਤੇ ਭੁੰਚਨ ਨਾਲ ਹੋਵੇਗਾ। ਇਹ ਵੀ ਬਚਨ ਕੀਤੇ ਸਨ ਕਿ ਸਮੇਂ ਨਾਲ ਇਸ ਦਾ ਪ੍ਰਕਾਸ਼ ਇੰਜ ਸਾਗਰ ਤੇ ਫੈਲੇਗਾ, ਜਿਵੇਂ ਪਾਣੀ ਉੱਤੇ ਤੇਲ ਪਾਇਆ ਆਪੇ ਹੀ ਸਭ ਪਾਸੇ ਪਸਰ ਜਾਂਦਾ ਹੈ। ਇਸ ਦੇ ਉਲਥੇ ਟੀਕੇ ਤੇ ਵਿਆਖਿਆ ਦੁਨੀਆ ਦੀ ਹਰ ਬੋਲੀ ਵਿੱਚ ਹੋਵੇਗੀ। ਸੰਸਕ੍ਰਿਤ ਅਰ ਤੁਕਰਨ ਭਾਸ਼ਾ ਇਸ ਮੈਂ ਲਿਖ ਲੇਵਹਿ ਬੁੱਧਰਾਸਾ, ਸਭ ਉੱਪਰ ਪਸਰੇ ਇਮ ਮਾਹੀ, ਜਿਮ ਜਲ ਪਰਸੂ ਚਿਕੰਤਾ ਪਾਈ। ਗੱਲ ਕੀ ਗੁਰੂ ਗ੍ਰੰਥ ਸਾਹਿਬ ਰਾਗਾਂ ਦਾ ਖਜ਼ਾਨਾ, ਬੋਲੀਆਂ ਦਾ ਭੰਡਾਰ, ਆਤਮਿਕ ਰਸ ਦਾ ਸਾਗਰ, ਜੀਵਨ ਰਹੱਸ ਦਾ ਖੋਲਣਹਾਰਾ ਹੈ। ਅੱਜ ਅਸੀਂ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ ਕਿਤਾਬ ਦੇ 165 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।